मनाए बहोरी। गुरु तेग बहादुर परम किरपाला जी, परम किरपाला। श्री गुरु गोबिंद सिंह विसाला। धरों धरा पर पुन पुन सीसा जी, पुन पुन सीसा। बंदों बार बार जगदीशा। जिसमें अमृत ज्ञान है माणक भगत वैराग। श्री गुरु ग्रंथ साहिब उदद बंदों कर अनुराग। एक अंकार सतगुरु ते प्रसाद सत होए। वाहिगुरु जी की फतेह बिघ्न विनाशन सोए। एक अंकारा सतगुरु ते प्रसाद सत होए। वाहिगुरु जी की फतेह बिघ्न विनाशन सोए। सतनाम श्री वाहिगुरु साहिब जी। ले दातू संग श्री अंगद थल गए। दर्श कर पे दरबार। दरब दीन अरदास कराइस। हाथ जोर ठांडे अगवार। ले दातू संग श्री अंगत थल गए। वाहिगुरु जी का खालसा वाहिगुरु जी की फतेह। चवर छतर तख्त दे मालक, ਸਮੁੱਚੀ ਮਨੁੱਖਤਾ ਸਰਬ ਕਾਇਨਾਤ ਦੇ ਰਹਿਬਰ, ਦਸਾਂ ਹੀ ਪਾਤਸ਼ਾਹੀਆਂ ਦੀ ਜੋਤ, ਸ਼ਬਦ ਬ੍ਰਹਮ ਸ਼ਬਦਾ ਅਵਤਾਰ, ਗੁਰਤਾ ਗੱਦੀ ਤੇ ਸ਼ੁਭਾਏਮਾਨ ਜੁਗੋ ਜੁਗ ਅਟਲ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਗੋਦ ਦੇ ਅੰਦਰ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਦਿਨ ਦੇ ਚੌਥੇ ਪੈਰ ਦੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਆਪ ਸਾਰੀ ਸੰਗਤ ਸ਼ਰਧਾ ਤੇ ਪਿਆਰ ਦੇ ਨਾਲ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰ ਰਹੇ ਸੋ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਮਿਹਰਾਮਤ ਹੈ ਜੋ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਸਤਿਗੁਰਾਂ ਦੀ ਅੰਮ੍ਰਿਤ ਗੁਰਬਾਣੀ ਦੇ ਕੀਰਤਨ ਦੇ ਨਾਲ ਜੁੜ ਕੇ ਅਤੇ ਗੁਰੂ ਕੇ ਪਾਵਨ ਅਸਥਾਨਾਂ 'ਤੇ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਟਿਕ ਕਰਕੇ ਆਪ ਜੀ ਹਾਜ਼ਰੀਆਂ ਭਰ ਰਹੇ ਹੋ। ਸੋ ਹੁਣ ਸਮਾਂ ਹੈ ਸਾਧ ਸੰਗਤ ਪਾਵਨ ਗੁਰ ਇਤਿਹਾਸ ਦੀ ਲੜੀਵਾਰ ਕਥਾ ਦਾ, ਜੋ ਪਾਵਨ ਗੁਰ ਇਤਿਹਾਸ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਜੀਵਨ ਦੇ ਵਿੱਚੋਂ ਬੜੀ ਸ਼ਰਧਾ ਤੇ ਪਿਆਰ ਨਾਲ ਆਪ ਜੀ ਸਰਵਣ ਕਰ ਰਹੇ ਸੋ ਕਿ ਕਿਵੇਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ 'ਤੇ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਆਈਆਂ ਹੋਈਆਂ ਸੰਗਤਾਂ ਨੂੰ ਬਖਸ਼ਿਸ਼ ਦੇ ਕਰਕੇ ਨਿਵਾਜਦੇ ਨੇ। ਸੰਗਤਾਂ ਗੁਰਬਾਣੀ ਨਾਲ ਜੁੜ ਕਰਕੇ ਆਪਣੇ ਮਨ ਇੱਛੇ ਪਦਾਰਥ ਫਲ ਪ੍ਰਾਪਤ ਕਰਦੀਆਂ ਨੇ। ਸਤਿਗੁਰੂ ਪਾਤਸ਼ਾਹ ਦੇ ਦਰ 'ਤੇ ਆ ਕੇ ਜਿਹੜਾ ਸਿੱਖ ਬਾਣੀ ਨਾਲ ਜੁੜ ਜਾਂਦਾ ਹੈ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲਾਗੈ। ਜਿੱਥੇ ਗੁਰੂ ਕੀ ਸੇਵਾ ਵਿੱਚੋਂ ਚਾਰ ਪਦਾਰਥ ਪ੍ਰਾਪਤ ਹੁੰਦੇ ਹੈ, ਬਾਣੀ ਨਾਲ ਜੁੜ ਕੇ ਬਾਣੀ ਦੀ ਵਿਚਾਰ ਕਰਕੇ ਬਾਣੀ ਕੰਠ ਕਰਕੇ ਸਿੱਖ ਸੰਗਤਾਂ ਆਪਣੇ ਜੀਵਨ ਸਫਲ ਕਰ ਰਹੀਆਂ। ਇੱਕ ਦਿਨ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਵੱਡੇ ਭਰਾਤਾ ਬਾਬਾ ਮਹਾਦੇਵ ਜੀ
ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜਦੋਂ ਕੀਰਤਨ ਦੀ ਸਮਾਪਤੀ ਹੋਈ ਹੈ ਤੇ ਬੇਨਤੀ ਕਰਦੇ ਨੇ ਕਿ ਮੇਰਾ ਮਨ ਹੈ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਜੋਤੀ ਜੋਤ ਦਿਵਹਾੜੇ ਨੂੰ ਸਮਰਪਿਤ ਹੋ ਕਰਕੇ ਪੂਰਨਮਾਸ਼ੀ ਦੇ ਜੋੜ ਮੇਲੇ ਜੋ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਵੱਡੇ ਪੱਧਰ ਤੇ ਬਹੁਤ ਭਾਵਨਾ ਨਾਲ ਮਨਾਏ ਜਾਂਦੇ ਨੇ, ਸੋ ਉਹਨਾਂ ਪਾਵਨ ਅਸਥਾਨਾਂ ਤੇ ਗੋਇੰਦਵਾਲ ਸਾਹਿਬ ਦਰਸ਼ਨ ਕਰਨ ਦਾ ਮਨ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਜੋ ਜੋ ਪਰਉਪਕਾਰ ਕੀਤੇ ਨੇ, ਬੜੇ ਪਿਆਰ ਦੇ ਨਾਲ ਗੱਲਾਂ ਬਾਤਾਂ ਕਰਦੇ ਨੇ। ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਆਪਣੇ ਵੱਡੇ ਭਰਾ ਦਾ ਮਾਣ ਸਤਿਕਾਰ ਕਰਦੇ ਹੈ। ਅੱਗੋਂ ਬਾਬਾ ਮਹਾਦੇਵ ਜੀ ਵੀ ਆਪਣੇ ਭਰਾ ਦਾ ਸਤਿਕਾਰ ਕਰਦਿਆਂ ਕਹਿੰਦੇ ਨੇ, ਤੁਸੀਂ ਉਮਰ ਕਰਕੇ ਮੇਰੇ ਤੋਂ ਭਾਵੇਂ ਛੋਟੇ ਹੋ ਪਰ ਗੁਣਾ ਕਰਕੇ ਏਡੇ ਵੱਡੇ ਹੋ, ਕਿਉਂਕਿ ਤੁਹਾਡੇ ਵਿੱਚ ਤੇ ਗੁਰੂ ਨਾਨਕ ਸਾਹਿਬ ਵਿੱਚ ਹੁਣ ਕੋਈ ਫਰਕ ਨਹੀਂ। ਤੁਸੀਂ ਉਹਨਾਂ ਦੀ ਗੱਦੀ ਤੇ ਬੈਠੇ ਹੋ, ਤੁਹਾਡੇ ਅੰਦਰ ਦੀ ਅਵਸਥਾ ਏਡੀ ਉੱਚੀ ਹੈ, ਤੁਹਾਡਾ ਇਹ ਬਿਰਧ ਹੈ, ਵਡਿਆਈ ਹੈ ਕਿ ਛੋਟਿਆਂ ਨੂੰ ਤੁਸੀਂ ਮਾਣ ਬਖਸ਼ ਰਹੇ ਹੋ, ਆਪਣਾ ਆਪ ਤੁਸੀਂ ਨਹੀਂ ਜਣਾਉਂਦੇ ਹੋ। ਇਸ ਤਰੀਕੇ ਦੇ ਨਾਲ ਆਪਸ ਵਿੱਚ ਗੱਲਾਂ ਬਾਤਾਂ ਵੀ ਹੁੰਦੀਆਂ। ਨਾਲ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜਦੋਂ ਗੋਇੰਦਵਾਲ ਸਾਹਿਬ ਬਾਬਾ ਮਹਾਦੇਵ ਜੀ ਦੇ ਵੱਲੋਂ ਜਾਣ ਦੀ ਇੱਛਾ ਜ਼ਾਹਰ ਕੀਤੀ ਜਾਂਦੀ ਹੈ ਤੇ ਗੁਰੂ ਅਰਜਨ ਸਾਹਿਬ ਵੀ ਕਹਿੰਦੇ ਨੇ ਕਿ ਅਸੀਂ ਵੀ ਜਾਵਾਂਗੇ ਤੇ ਨਾਲ ਚੱਲ ਕਰਕੇ ਗੋਇੰਦਵਾਲ ਸਾਹਿਬ ਸੰਗਤਾਂ ਦੇ ਦਰਸ਼ਨ ਕਰਾਂਗੇ ਤੇ ਪੂਰਨਮਾਸ਼ੀ ਦੇ ਦਿਹਾੜੇ ਤੇ ਜੋ ਜੋੜ ਮੇਲੇ ਵੱਡੇ ਪੱਧਰ ਤੇ ਹੋਣੇ ਆ, ਉਹਨਾਂ ਜੋੜ ਮੇਲਿਆਂ ਵਿੱਚ ਜਾ ਕਰਕੇ ਸੰਗਤ ਦੀ ਸੇਵਾ ਕਰਾਂਗੇ। ਇਸ ਤਰ੍ਹਾਂ ਰਾਤ ਸੁੱਖ ਨਾਲ ਬਤੀਤ ਕਰਦੇ ਹੈ। ਸ਼੍ਰੀ ਹਰਗੋਬਿੰਦ ਜੀ ਮਹਾਰਾਜ ਉਹਨਾਂ ਨੂੰ ਧੀਰਜ ਦੇ ਕਰਕੇ ਕਿ ਅਸੀਂ ਛੇਤੀ ਵਾਪਸ ਆ ਜਾਣਾ ਹੈ। ਸੰਗਤਾਂ ਜਿਨ੍ਹਾਂ ਦੇ ਮਨ ਵਿੱਚ ਚਾਓ ਪਿਆਰ ਸੀ ਗੋਇੰਦਵਾਲ ਸਾਹਿਬ ਚੱਲਣ ਦਾ, ਉਹ ਵੀ ਨਾਲ ਤਿਆਰ ਹੋ ਪਈਆਂ ਨੇ ਤੇ ਸਤਿਗੁਰੂ ਪਾਤਸ਼ਾਹ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਚੱਲ ਕੇ ਰਸਤੇ ਦੇ ਵੱਖ-ਵੱਖ ਪਿੰਡਾਂ ਵਿੱਚ ਸੰਗਤਾਂ ਨੂੰ ਤਾਰਦੇ ਹੋਏ, ਨਾਮ ਬਾਣੀ ਨਾਲ ਜੋੜਦੇ ਹੋਏ, ਨਾਮ ਦੀਆਂ ਦਾਤਾਂ ਬਖਸ਼ ਕੇ, ਸਿੱਖੀ ਦੀ ਦਾਤ ਬਖਸ਼ ਕੇ ਜਦੋਂ ਖਡੂਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ ਤੇ ਅੱਗੋਂ ਬਾਬਾ ਦਾਤੂ ਜੀ ਜੋ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਸਾਹਿਬਜ਼ਾਦੇ ਨੇ, ਉਹ ਬੜੇ ਸਤਿਕਾਰ ਨਾਲ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਬੇਨਤੀ ਕਰਦੇ ਨੇ ਕਿ ਕੁਝ ਸਮਾਂ ਇੱਥੇ ਰੁਕੋ। ਹੁਣ ਬਾਬਾ ਦਾਤੂ ਜੀ ਜਦੋਂ ਪਿਆਰ ਨਾਲ ਬੇਨਤੀ ਕਰਨ, ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਉਹਨਾਂ ਦੇ ਪਿਆਰ ਦੇ ਕਰਕੇ, ਉਹਨਾਂ ਵੱਲੋਂ ਦਿੱਤੇ ਸਤਿਕਾਰ ਕਰਕੇ, ਕਿਉਂਕਿ ਉਮਰ ਕਰਕੇ ਉਹ ਵੱਡੇ ਨੇ, ਦੂਸਰਾ ਗੁਰੂ ਅੰਗਦ ਸਾਹਿਬ ਦੇ ਪੁੱਤਰ ਨੇ, ਤੇ ਜਦੋਂ ਪਿਆਰ ਨਾਲ ਭੇਜ ਕੇ ਕੋਈ ਬੇਨਤੀ ਕਰਦਾ ਹੋਵੇ ਗੁਰਮੁਖੋ ਫਿਰ ਨਾ ਨਹੀਂ ਕੀਤੀ ਜਾ ਸਕਦੀ। ਧੰਨ ਗੁਰੂ ਅਰਜਨ ਸਾਹਿਬ ਬਾਬਾ ਦਾਤੂ ਜੀ ਦੀ ਬੇਨਤੀ ਪ੍ਰਵਾਨ ਕਰ ਲੈਂਦੇ ਆ। ਉਸ ਅਸਥਾਨ ਤੇ ਟਿਕ ਕੇ ਬਾਬਾ ਦਾਤੂ ਜੀ ਬੜਾ ਪਿਆਰ ਸਤਿਕਾਰ ਨਾਲ ਸੇਵਾ ਕਰਦੇ ਹੈ। ਧੰਨ ਗੁਰੂ ਅੰਗਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਜਿਸ ਤਰ੍ਹਾਂ ਫਿਰ ਖਡੂਰ ਸਾਹਿਬ ਦੀ ਧਰਤੀ ਕੁਝ ਸਮਾਂ ਟਿਕ ਕੇ ਸਤਿਗੁਰੂ ਪਾਤਸ਼ਾਹ ਅੱਗੇ ਗੋਇੰਦਵਾਲ ਸਾਹਿਬ ਵਾਲੇ ਪਾਸੇ ਨੂੰ ਪ੍ਰਸਥਾਨ ਕਰਦੇ ਆ। ਆਓ ਪਾਵਨ ਗੁਰ ਇਤਿਹਾਸ ਦੀ ਕਥਾ ਵਿਚਾਰ ਇੱਥੋਂ ਅੱਗੇ ਸਰਵਣ ਕਰਨ ਤੋਂ ਪਹਿਲਾਂ ਮਨ ਬਿਰਤੀਆਂ ਗੁਰੂ ਕੇ ਚਰਨਾਂ ਵਿੱਚ ਟਿਕਾਈਏ। ਜਿਤਨੇ ਵੀ ਗੁਰੂ ਪਿਆਰ ਦੇ ਵਿੱਚ ਭਿੱਜੇ ਆਪ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਹਾਜ਼ਰ ਹੋ ਅਤੇ PTC ਸਿਮਰਨ ਚੈਨਲ ਦੇ ਰਾਹੀਂ ਦੇਸ਼ ਵਿਦੇਸ਼ ਤੋਂ ਆਪ ਜੀ ਹਾਜ਼ਰੀਆਂ ਲਵਾ ਰਹੇ ਹੋ। ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਟਿਕਾਈਏ ਤੇ ਰਸਨਾ ਤੋਂ ਪਿਆਰ ਨਾਲ ਸਾਰੇ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਲੈ ਦਾਤੂ ਸੰਗ ਸ਼੍ਰੀ ਅੰਗਦ ਥਲ ਗਏ। ਬਾਬਾ ਦਾਤੂ ਜੀ ਧੰਨ ਗੁਰੂ ਅਰਜਨ ਸਾਹਿਬ ਤੇ ਸਿੱਖ ਸੰਗਤਾਂ ਦਾ ਬੜਾ ਸਤਿਕਾਰ ਕਰਦੇ ਆ। ਸੁੰਦਰ ਢੰਗ ਦੇ ਨਾਲ ਉਹਨਾਂ ਦਾ ਇੱਕ ਥਾਂ ਤੇ ਵਿਸ਼ਰਾਮ ਕਰਦੇ ਨੇ, ਹੱਥ ਪੈਰ ਧਵਾਉਂਦੇ ਨੇ, ਜਲ ਪਾਣੀ ਦੀ ਸੇਵਾ ਸੁੰਦਰ ਢੰਗ ਦੇ ਨਾਲ ਕਰਦੇ ਆ। ਇੱਧਰ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਕੁਝ ਸਮਾਂ ਟਿਕ ਕੇ ਫਿਰ ਸੁਚੇਤ ਹੋ ਕੇ ਕੁਝ ਵਿਸ਼ਰਾਮ ਕਰਕੇ ਫਿਰ ਸੁਚੇਤ ਹੋ ਕੇ ਬਾਬਾ ਦਾਤੂ ਜੀ ਨੂੰ ਨਾਲ ਲੈਂਦੇ ਹੈ ਤੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਸੁੰਦਰ ਬਖਸ਼ਿਸ਼ ਨਾਲ ਨਿਵਾਜੇ ਜਿਹੜੇ ਗੁਰ ਅਸਥਾਨ ਨੇ, ਜਿੱਥੇ ਬੈਠ ਕੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਬਾਣੀ ਨਾਲ ਜੋੜਦੇ ਸੀ, ਨਾਮ ਦੀਆਂ ਬਖਸ਼ਿਸ਼ਾਂ ਵਰਤਾਉਂਦੇ ਸਨ,
ਉਹ ਸੁੰਦਰ ਸਤਿਗੁਰੂ ਗੁਰੂ ਅੰਗਦ ਸਾਹਿਬ ਦੇ ਸੁੰਦਰ ਦਰਬਾਰ ਦੇ ਦਰਸ਼ਨ ਕਰਨ ਵਾਸਤੇ ਚੱਲ ਪੈਂਦੇ ਹਨ। ਦਰਸ ਕਰਬੇ ਦਰਬਾਰ। ਚਾਹਨਾ ਹੈ ਮਨ ਵਿੱਚ ਕਿ ਖਡੂਰ ਸਾਹਿਬ ਦੀ ਧਰਤੀ ਤੇ ਜੋ ਗੁਰੂ ਅੰਗਦ ਸਾਹਿਬ ਦਾ ਸੁੰਦਰ ਦਰਬਾਰ ਸਾਹਿਬ ਹੈ, ਉਹ ਸੁੰਦਰ ਦਰਬਾਰ ਦੇ ਜਾ ਕਰਕੇ ਦਰਸ਼ਨ ਕੀਤੇ ਜਾਣ। ਦਰਬ ਦੀਨ ਅਰਦਾਸ ਕਰਾਇਸ। ਸਤਿਗੁਰੂ ਪਾਤਸ਼ਾਹ ਮਹਾਰਾਜ ਸਿੱਖ ਦੇ ਰੂਪ ਵਿੱਚ ਜਿਵੇਂ ਹਰ ਸਿੱਖ ਦੀ ਭਾਵਨਾ ਹੈ ਕਿ ਆਪਣੇ ਵੱਲੋਂ ਗੁਰ ਸਥਾਨਾਂ ਤੇ ਜਾਂਦਾ ਹੈ, ਕੁਝ ਭੇਟਾ ਰੱਖਦਾ ਹੈ, ਨਾਲ ਅਰਦਾਸ ਕਰਾਉਂਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਸ ਥਾਂ ਤੇ ਫਿਰ ਅਰਦਾਸ ਕੀਤੀ। ਕੁਝ ਧਨ ਜਿਹੜਾ ਹੈ ਗੁਰੂ ਦਰਬਾਰ ਦੇ ਵਿੱਚ ਗੁਰੂ ਅੰਗਦ ਸਾਹਿਬ ਦੇ ਸੁੰਦਰ ਅਸਥਾਨ ਤੇ, ਜਿਹੜੇ ਸਿੱਖੀ ਪ੍ਰਚਾਰ ਦੇ ਸੁੰਦਰ ਅਸਥਾਨ ਨੇ, ਉੱਥੇ ਭੇਟ ਕੀਤਾ ਹੈ। ਹਾਥ ਜੋਰ ਠਾਂਡੇ ਅਗਵਾਰ। ਤੇ ਹੱਥ ਜੋੜ ਕਰਕੇ ਬੜੇ ਸਤਿਕਾਰ ਸਹਿਤ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀਆਂ ਵਡਿਆਈਆਂ ਨੂੰ ਚੇਤੇ ਕਰਦੇ ਕਰ, ਉਹਨਾਂ ਦੇ ਗੁਣਾਂ ਨੂੰ ਚੇਤੇ ਕਰਦੇ ਕਰ, ਉਹਨਾਂ ਦੀ ਬਾਣੀ ਦਾ ਸਿਮਰਨ ਕਰਦੇ ਕਰਦੇ ਹੱਥ ਜੋੜ ਕੇ ਖਡੂਰ ਸਾਹਿਬ ਸੁੰਦਰ ਦਰਬਾਰ ਦੇ ਅੱਗੇ, ਸਤਿਗੁਰਾਂ ਦਾ ਜਿਹੜਾ ਸੁੰਦਰ ਦਰਬਾਰ ਸਾਹਿਬ ਹੈ, ਉਸ ਅਸਥਾਨ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਸਤਿਕਾਰ ਨਾਲ ਹੱਥ ਜੋੜ ਕੇ ਖੜੇ ਹੋ ਜਾਂਦੇ ਹਨ। ਬਹੁਤ ਪ੍ਰਸਾਦ ਤਹਾਂ ਵਰਤਾਇਸ। ਇਹ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਸਤਿਕਾਰ, ਉਹਨਾਂ ਦੀ ਯਾਦ, ਉਹਨਾਂ ਦੀ ਬਖਸ਼ਿਸ਼ ਨੂੰ ਚਿਤਾਰਦੇ ਨੇ। ਗੁਰੂ ਅੰਗਦ ਸਾਹਿਬ ਮਹਾਰਾਜ ਦੇ ਗੁਣਾਂ ਨੂੰ ਚੇਤੇ ਕਰਦੇ ਨੇ, ਉਹਨਾਂ ਦੇ ਪਰਉਪਕਾਰਾਂ ਨੂੰ ਚੇਤੇ ਕਰਦੇ ਨੇ ਕਿ ਕਿਵੇਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਇਸ ਅਸਥਾਨ ਤੇ ਗੁਰਮੁਖੀ ਲਿਪੀ ਦਾ ਪ੍ਰਚਾਰ ਪ੍ਰਸਾਰ ਕਰਾਇਆ, ਕਿਵੇਂ ਇਹਨਾਂ ਅਸਥਾਨਾਂ ਤੇ ਬੈਠ ਕੇ ਸਤਿਗੁਰਾਂ ਨੇ ਮੱਲ ਅਖਾੜੇ ਕਾਇਮ ਕੀਤੇ, ਕਿਵੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸ ਦੀ ਕਥਾ ਲਿਖਵਾਉਣ ਦਾ ਕਾਰਜ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਕੀਤਾ। ਅਨੇਕਾਂ ਪਰਉਪਕਾਰੀ ਕਾਰਜ ਜੋ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਉਸ ਅਸਥਾਨ ਤੇ ਕੀਤੇ, ਉਹਨਾਂ ਸਾਰਿਆਂ ਨੂੰ ਯਾਦ ਕਰਦੇ ਹੈ। ਨਾਲ ਕੜਾਹ ਪ੍ਰਸ਼ਾਦ ਜਿਹੜਾ ਹੈ ਬੜੇ ਸੁੰਦਰ ਢੰਗ ਨਾਲ ਉੱਥੇ ਸਾਰਿਆਂ ਦੇ ਵਿੱਚ ਵਰਤਾਇਆ ਜਾਂਦਾ ਹੈ। ਨਮਸਕਾਰ ਕੀਨਸ ਹਿਤ ਧਾਰ। ਗੁਰੂ ਦੇ ਪਿਆਰ ਦੇ ਵਿੱਚ ਭਿੱਜੇ ਸਤਿਗੁਰੂ ਪਾਤਸ਼ਾਹ ਆਪ ਤੇ ਸਿੱਖ ਸੰਗਤਾਂ ਸਮੇਤ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਸੁੰਦਰ ਅਸਥਾਨਾਂ ਤੇ ਨਮਸਕਾਰ ਕਰਦੇ ਹਨ। ਦਈ ਪ੍ਰਕਰਮਾ 4 ਬਾਰ ਫਿਰ ਚਾਰੇ ਪਾਸੇ ਫਿਰ ਕੇ 4 ਪ੍ਰਕਰਮਾ ਕਰਦੇ ਨੇ। ਭਾਵ ਇਹ ਸਤਿਕਾਰ ਗੁਰੂ ਮਹਾਰਾਜ ਜੀ ਦਾ, ਸਿੱਖਾਂ ਨੇ ਵੀ ਉਸੇ ਤਰੀਕੇ ਨਾਲ, ਭਾਵ ਸਤਿਗੁਰੂ ਪਾਤਸ਼ਾਹ ਇਹ ਪ੍ਰਕਰਮਾ ਕਰਦੇ। ਸਿੱਖੀ ਵਿੱਚ ਅੱਜ ਵੀ ਇਹ ਪ੍ਰਕਰਮਾ ਦੀ ਵਡਿਆਈ ਹੈ ਕਿ ਜਦੋਂ ਗੁਰੂ ਘਰ ਸਿੱਖ ਨਤਮਸਤਕ ਹੁੰਦਾ ਹੈ, ਗੁਰ ਅਸਥਾਨਾਂ ਦੀ ਜਾ ਕਰਕੇ ਸੁੰਦਰ ਢੰਗ ਨਾਲ ਪਰਿਕਰਮਾ ਕਰਦਾ। ਜਦੋਂ ਪਰਿਕਰਮਾ ਦੀ ਗੱਲ ਕੀਤੀ ਜਾਵੇ, ਕਈ ਵਾਰ ਮਨ ਵਿੱਚ ਫੁਰਨਾ ਆਉਂਦਾ ਹੈ ਕਿਉਂ ਕੀਤੀ ਜਾਂਦੀ। ਬਹੁਤ ਸਾਰੇ ਭਾਵ ਗੁਰਮੁਖਾਂ, ਬ੍ਰਹਮ ਗਿਆਨੀਆਂ, ਮਹਾਂਪੁਰਖਾਂ ਨੇ ਆਪੋ ਆਪਣੇ ਢੰਗ ਨਾਲ ਬਿਆਨ ਕੀਤੇ, ਪਰ ਸੱਚ ਜਾਣਿਓ ਪੜ੍ਹਿਆ ਲਿਖਿਆ ਨੌਜਵਾਨ ਵਰਗ, ਬੱਚੇ ਕਈ ਵਾਰ ਸਵਾਲ ਕਰਦੇ ਨੇ। ਇਹ ਚੇਤੇ ਰੱਖਣਾ ਕੁਦਰਤ ਦਾ ਇੱਕ ਨਿਯਮ ਹੈ ਕਿ ਵੱਡਿਆਂ ਦੀ ਪਰਿਕਰਮਾ ਹਮੇਸ਼ਾ ਛੋਟੇ ਕਰਦੇ। ਜਿਸ ਤਰੀਕੇ ਦੇ ਨਾਲ ਆਪਾਂ ਵੇਖਦੇ ਹਾਂ ਸੂਰਜ ਵੱਡਾ ਹੈ, ਧਰਤੀ ਛੋਟੀ ਹੈ। ਛੋਟੀ ਧਰਤੀ ਵੱਡੇ ਸੂਰਜ ਦੀ ਪਰਿਕਰਮਾ ਕਰਦੀ ਹੈ। ਧਰਤੀ ਵੱਡੀ ਹੈ, ਚੰਦਰਮਾ ਛੋਟਾ ਹੈ ਤੇ ਚੰਦਰਮਾ ਧਰਤੀ ਦੀ ਪਰਿਕਰਮਾ ਕਰਦਾ। ਇਹਦਾ ਭਾਵ ਧਰਤੀ ਸੂਰਜ ਦੀ ਪਰਿਕਰਮਾ ਕਰਕੇ ਕਹਿੰਦੀ ਹੈ ਮੈਂ ਤੇਰੇ ਕਰਕੇ ਹਾਂ, ਤੇਰੇ ਤੋਂ ਬਗੈਰ ਕੁਝ ਨਹੀਂ। ਚੰਦਰਮਾ ਧਰਤੀ ਦੀ ਪਰਿਕਰਮਾ ਕਰਕੇ ਕਹਿੰਦਾ ਮੈਂ ਵੀ ਤੇਰੇ ਕਰਕੇ ਹਾਂ, ਤੇਰੇ ਤੋਂ ਬਗੈਰ ਮੈਂ ਕੁਝ ਨਹੀਂ। ਤੇ ਸਿੱਖ ਜਦੋਂ ਗੁਰੂ ਦੀ ਪਰਿਕਰਮਾ ਕਰਦਾ ਹੈ, ਵਾਰਨੇ ਜਾਂਦਾ ਹੈ, ਕੁਰਬਾਨ ਜਾਂਦਾ ਹੈ ਤੇ ਕਹਿੰਦਾ ਦਾਤਾ ਜੀ ਮੈਂ ਤੇਰੇ ਕਰਕੇ ਹਾਂ, ਤੇਰੇ ਤੋਂ ਬਗੈਰ ਮੈਂ ਕੁਝ ਵੀ ਨਹੀਂ। ਜਿਹੜੀ ਚੀਜ਼ ਘੁਮਾਈ ਜਾਂਦੀ ਉਹਦੀ ਮਹਾਨਤਾ ਨਹੀਂ, ਜਿਹਦੇ ਦੁਆਲੇ ਘੁਮਾਈ ਜਾਂਦੀ ਹੈ ਉਹ ਚੀਜ਼ ਮਹਾਨ ਹੋਇਆ ਕਰ। ਜਿਵੇਂ ਮਾਂ-ਬਾਪ ਕਈ ਵਾਰ ਵਿਆਹਾਂ ਵੇਲੇ ਇਹ ਰੀਤਾਂ ਰਸਮਾਂ ਵਿੱਚ ਰੁਪਈਏ ਪੈਸੇ ਬੱਚਿਆਂ ਤੋਂ ਕਮਾਉਂਦੇ ਨੇ, ਵਾਰਨੇ ਕਰਦੇ ਨੇ। ਇਹਦਾ ਭਾਵ ਸਿੱਖਿਆ ਇੰਨੀ ਕੁ ਦੇਣ ਦਾ ਮਤਲਬ ਹੁੰਦਾ ਹੈ ਕਿ ਸਾਡੇ ਬੱਚੇ, ਮੇਰੇ ਬੱਚੇ, ਤੈਨੂੰ ਇਹ ਦੱਸਣਾ ਚਾਹੁੰਦੇ ਆ ਕਿ ਸਾਡੇ ਵਾਸਤੇ ਰੁਪਈਏ ਪੈਸੇ ਦੀ ਕੀਮਤ ਨਹੀਂ, ਆਹ ਦੌਲਤ ਨਹੀਂ ਹੈ ਜਿਹੜੇ ਅਸੀਂ ਘੁਮਾ ਰਹੇ ਹਾਂ, ਵਾਰ ਰਹੇ ਹਾਂ, ਸਾਡੀ ਅਸਲ ਦੌਲਤ ਤੂੰ ਹੈ। ਬੱਚਿਆਂ ਤੋਂ ਪੈਸੇ ਵਾਰ ਕੇ ਸੁੱਟ ਦਿੰਦੇ ਲੋਕ ਦੱਸਣਾ ਇਹੋ ਹੀ ਚਾਹੁੰਦੇ ਨੇ ਕਿ ਸਾਡੇ ਵਾਸਤੇ ਪੈਸੇ ਦੌਲਤ ਨਹੀਂ, ਬਲਕਿ ਤੂੰ ਅਸਲ ਵਿੱਚ ਦੌਲਤ ਹੈ। ਜਿਵੇਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਰਹਿਮਤ ਕੀਤੀ, ਸਾਡੇ ਤੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਪੁੱਤਰ ਕੁਰਬਾਨ ਕਰ ਦਿੱਤੇ, ਇਹੋ ਕਹਿ ਕੇ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੁਏ ਤਾਂ ਕਿਆ ਹੁਆ ਜੀਵਤ ਕਈ ਹਜ਼ਾਰ। ਕਿ ਸਾਡੇ ਤੋਂ ਚਾਰੇ ਪੁੱਤ ਕੁਰਬਾਨ ਕੇ ਕਹਿ ਦਿੱਤੇ ਕਿ ਮੈਨੂੰ ਖਾਲਸਾ ਪੰਥ ਇਹ ਪਿਆਰਾ ਹੈ। ਨਾਦੀ ਪੁੱਤਰਾਂ ਨੂੰ ਮਾਣ ਬਖਸ਼ਿਸ਼ ਕੀਤਾ
ਆਪਣੇ ਬਿੰਦੀ ਪੁੱਤਰ ਸਤਿਗੁਰੂ ਪਾਤਸ਼ਾਹ ਨੇ ਸਾਡੇ ਤੋਂ ਵਾਰ ਦਿੱਤੇ। ਵਾਰਨਾ, ਕੁਰਬਾਨ ਕਰਨਾ, ਇਹ ਗੁਰੂ ਨਾਨਕ ਦੇ ਘਰ ਦੀ ਜਿੱਥੇ ਰੀਤ ਹੈ ਉੱਥੇ ਪਰਿਕਰਮਾ ਕੁਦਰਤ ਦਾ ਨਿਯਮ ਹੈ, ਛੋਟੇ ਵੱਡੇ ਦੀ ਪਰਿਕਰਮਾ ਕਰਦੇ ਆ। ਤੇ ਸਿੱਖ ਗੁਰੂ ਦੀ ਪਰਿਕਰਮਾ ਕਰਕੇ ਕਹਿੰਦਾ ਹੈ ਪਾਤਸ਼ਾਹ ਮੈਂ ਤੇਰੇ ਕਰਕੇ ਆ, ਤੇਰੇ ਤੋਂ ਬਗੈਰ ਮੈਂ ਕੁਝ ਨਹੀਂ। ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਬੰਦਾ ਆਮ ਇਨਸਾਨ ਪਾਣੀ ਤੋਂ ਬਗੈਰ ਤੜਪਦਾ ਏ, ਸਿੱਖ ਪਰਿਕਰਮਾ ਕਰਦਿਆਂ ਕਹਿੰਦਾ ਪਾਤਸ਼ਾਹ ਤੇਰੇ ਤੋਂ ਬਗੈਰ ਮੇਰੀ ਆਤਮਿਕ ਮੌਤ ਹੈ, ਤਿਉਂ ਸਿੱਖ ਗੁਰਬਿਨ ਮਰ ਜਾਈ। ਵਾਰਨੇ ਜਾਣਾ, ਕੁਰਬਾਨ ਜਾਣਾ, ਆਪਣੇ ਆਪ ਨੂੰ ਦੱਸਣਾ ਤੇ ਗੁਰੂ ਦੇ ਅੱਗੇ ਭਾਵ ਪ੍ਰਗਟ ਕਰਨਾ, ਦਾਤਾ ਤੇਰੇ ਤੋਂ ਬਗੈਰ ਮੈਂ ਕੁਝ ਨਹੀਂ। ਆਪਣੀ ਨਿਮਰਤਾ ਨੂੰ ਪ੍ਰਗਟ ਕਰਨਾ, ਗੁਰੂ ਤੋਂ ਬਲਿਹਾਰੇ ਜਾਣਾ, ਵਾਰਨੇ ਜਾਣਾ, ਇਹ ਪਰਿਕਰਮਾ ਦਾ ਰੂਪ ਹੈ। ਇਸ ਢੰਗ ਦੇ ਨਾਲ ਵੱਡਿਆਂ ਦੀ ਪਰਿਕਰਮਾ ਛੋਟੇ ਕਰਦੇ ਆ। ਸਤਿਗੁਰੂ ਪਾਤਸ਼ਾਹ ਨੇ ਵੀ ਉੱਥੇ ਸੁੰਦਰ ਢੰਗ ਦੇ ਨਾਲ ਸਾਧ ਸੰਗਤ ਪਰਿਕਰਮਾ ਕੀਤੀ ਹੈ। ਸਿੱਖ ਸੰਗਤ ਸਭ ਤਿਸੀ ਪ੍ਰਕਾਰ। ਇਸੇ ਤਰ੍ਹਾਂ ਜਿਵੇਂ ਗੁਰੂ ਸਾਹਿਬ ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਸੁੰਦਰ ਅਸਥਾਨਾਂ ਦੀ ਪਰਿਕਰਮਾ ਕਰਦੇ ਆ, ਸਿੱਖਾਂ ਨੇ, ਸੰਗਤਾਂ ਨੇ ਵੀ ਉਸੇ ਤਰੀਕੇ ਦੇ ਨਾਲ ਸੁੰਦਰ ਅਸਥਾਨਾਂ ਦੀ ਪਰਿਕਰਮਾ ਬੜੀ ਭਾਵਨਾ ਨਾਲ ਕੀਤੀ। ਅੱਜ ਵੀ ਸਿੱਖ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦਰਸ਼ਨ ਕਰਨ ਆਉਂਦੀਆਂ ਨੇ, ਅੰਮ੍ਰਿਤ ਸਰੋਵਰ ਦੀ ਪਰਿਕਰਮਾ ਕਰਦੀਆਂ ਨੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਕੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਤੇ ਨਤਮਸਤਕ ਹੁੰਦੀਆਂ, ਗੁਰ ਅਸਥਾਨਾਂ ਤੇ ਜਾਂਦੀਆਂ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁੰਦਰ ਅਸਥਾਨਾਂ ਤੇ ਪਰਿਕਰਮਾ ਕਰਕੇ ਸਿੱਖ ਆਪਣੇ ਆਪ ਨੂੰ ਵਾਰਨੇ ਕਰਦਾ ਹੈ ਸਤਿਗੁਰਾਂ ਤੋਂ। ਪੁਨਹ ਸਿਵਰ ਮਹਿ ਪਹੁੰਚੇ ਸਤਿਗੁਰ। ਇਸ ਤਰ੍ਹਾਂ ਸਿੱਖਾਂ ਸਮੇਤ ਪਰਿਕਰਮਾ ਕਰਕੇ ਸੁੰਦਰ ਅਸਥਾਨਾਂ ਦੇ ਦਰਸ਼ਨ ਦੀਦਾਰ ਕਰਕੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜਿੱਥੇ ਸ਼ਿਵਰ ਭਾਵ ਡੇਰਾ ਲਾਇਆ ਸੀ ਆਰਾਮ ਕਰਨ ਵਾਸਤੇ, ਉਸ ਅਸਥਾਨ ਤੇ ਆਣ ਪਹੁੰਚੇ ਹਨ। ਦਾਤੂ ਸੇਵਾ ਸਰਬ ਕਰਾਏ। ਧੰਨ ਬਾਬਾ ਦਾਤੂ ਜੀ ਸਿੱਖ ਸੰਗਤਾਂ ਦੀ ਤੇ ਸਤਿਗੁਰੂ ਦੀ, ਧੰਨ ਗੁਰੂ ਅਰਜਨ ਸਾਹਿਬ ਦੀ ਪ੍ਰੇਮ ਭਾਵਨਾ ਨਾਲ ਬੜੀ ਸੇਵਾ ਕਰਦੇ ਹਨ। ਨੇ ਸੁਪਤੇ ਉਠ ਪ੍ਰਾਤ ਚੱਲੇ ਗੁਰ। ਇਸ ਤਰ੍ਹਾਂ ਸਤਿਗੁਰੂ ਜੀ ਹੁਣ ਜਿਹੜਾ ਰਾਤ ਦਾ ਸਮਾਂ ਹੈ, ਇਹ ਪਹਿਲੀ ਰਾਤ ਜਦੋਂ ਚੱਲ ਕੇ ਪਹੁੰਚੇ ਨੇ ਤੇ ਰਾਤ ਦਾ ਵਿਸ਼ਰਾਮ ਖਡੂਰ ਸਾਹਿਬ ਬਾਬਾ ਦਾਤੂ ਜੀ ਦੇ ਪਿਆਰ ਕਰਕੇ ਉੱਥੇ ਕਰਦੇ ਨੇ। ਰਾਤ ਉਸ ਅਸਥਾਨ ਤੇ ਵਿਸ਼ਰਾਮ ਕਰਕੇ ਫਿਰ ਅੰਮ੍ਰਿਤ ਵੇਲਾ ਜਦੋਂ ਹੁੰਦਾ ਹੈ ਫਿਰ ਚੱਲ ਪੈਂਦੇ ਹਨ। ਗੋਇੰਦਵਾਲ ਆਨੰਦ ਉਪਾਏ। ਤੇ ਖਡੂਰ ਸਾਹਿਬ ਤੋਂ ਬਹੁਤਾ ਸਫ਼ਰ ਨਹੀਂ, ਥੋੜਾ ਜਿਹਾ ਸਮਾਂ ਹੈ ਤੇ ਅੱਗੇ ਚੱਲ ਕੇ ਗੋਇੰਦਵਾਲ ਸਾਹਿਬ ਵਾਲੇ ਪਾਸੇ ਨੂੰ ਇਸ਼ਨਾਨ ਪਾਣੀ ਕਰਕੇ ਤਿਆਰ ਹੋ ਕੇ ਚੱਲ ਪਏ ਸਨ। ਤੇ ਗੋਇੰਦਵਾਲ ਸਾਹਿਬ ਸੁੰਦਰ ਅਸਥਾਨਾਂ ਤੇ ਜਿੱਥੇ ਪਹੁੰਚਣਾ ਸੀ, ਬੜੇ ਆਨੰਦ ਨਾਲ, ਬੜੀ ਖੁਸ਼ੀ ਨਾਲ ਸੰਗਤਾਂ ਸਮੇਤ ਹੁਣ ਗੋਇੰਦਵਾਲ ਸਾਹਿਬ ਸੁੰਦਰ ਨਗਰੀ ਵਿੱਚ ਪਹੁੰਚੇ ਹਨ। ਸੁਨ ਆਗਵਨੋ ਆਪਣੇ ਭਵਨੋ। ਇੱਧਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਅੰਸ਼ ਬੰਸ਼ ਭੱਲਾ ਪਰਿਵਾਰ, ਬਾਬਾ ਮੋਹਰੀ ਜੀ ਤੇ ਸਾਰੇ ਪਰਿਵਾਰ ਨੂੰ ਪਤਾ ਲੱਗਾ ਕਿ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸਾਡੇ ਵੱਲ ਆਉਣ ਵਾਲੇ ਹਨ। ਇਹ ਖਬਰ ਸੁਣ ਕੇ ਜਿਵੇਂ ਸਾਰਿਆਂ ਨੂੰ ਚਾਅ ਚੜ੍ਹ ਗਿਆ, ਸੰਗਤਾਂ ਸਮੇਤ ਪੰਜਵੇਂ ਪਾਤਸ਼ਾਹ ਆ ਰਹੇ ਨੇ, ਤੇ ਇਹ ਖਬਰ ਸੁਣ ਕੇ ਸਾਰੇ ਆਪਣੇ ਘਰ ਵਿੱਚ ਬੜੇ ਖੁਸ਼ ਹੁੰਦੇ ਹਨ। ਦੁਸ਼ਮਨ ਦਬਨੋ ਜੋਤ ਸਮੁਦਾਏ। ਕਿ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜਿਹੜੇ ਦੁਸ਼ਮਣਾਂ ਦਾ ਨਾਸ਼ ਕਰਨ ਵਾਲੇ, ਕਾਮ ਕ੍ਰੋਧ ਮੋਹ ਹੰਕਾਰ ਵਿਕਾਰਾਂ ਨੂੰ ਖਤਮ ਕਰਨ ਵਾਲੇ, ਆਪਣੇ ਸਿੱਖ ਸੰਗਤਾਂ ਸਮੇਤ ਗੋਇੰਦਵਾਲ ਸਾਹਿਬ ਆ ਰਹੇ ਹਨ। ਨਿਕਸ ਮੋਹਰੀ ਆਗੇ ਆਏ। ਬਾਬਾ ਮੋਹਰੀ ਜੀ ਇਹ ਖਬਰ ਸੁਣ ਕੇ ਬੜੀ ਖੁਸ਼ੀ ਦੇ ਨਾਲ ਅਗਲਵਾਂਡੀ ਹੋ ਕੇ ਬੜੇ ਪਿਆਰ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਨੂੰ ਜੀ ਆਇਆਂ ਕਹਿਣ ਵਾਸਤੇ ਆ ਕੇ ਮਿਲਦੇ ਹਨ। ਨਿਕਸ ਮੋਹਰੀ ਆਗੇ ਆਏ ਸੋ ਮਿਲਿਓ ਹਿਰਦੇ ਬਹੁ ਪ੍ਰੇਮ ਵਧਾਏ। ਬਾਬਾ ਮੋਹਰੀ ਜੀ ਆ ਕੇ ਅੱਗੇ ਮਿਲਦੇ ਨੇ, ਜਿਨ੍ਹਾਂ ਦੇ ਹਿਰਦੇ ਵਿੱਚ ਬੜਾ ਪਿਆਰ ਹੈ, ਬੜੇ ਪਿਆਰ ਨਾਲ, ਬੜੇ ਚਾਵਾਂ ਨਾਲ ਗੁਰੂ ਸਾਹਿਬ ਨੂੰ ਆ ਕੇ ਜਿਉਂ ਆਇਆਂ ਕਹਿੰਦੇ। ਸੰਗਤ ਜੀ, ਜਦੋਂ ਕਿਸੇ ਨਾਲ ਰਿਸ਼ਤੇਦਾਰ ਕੋਈ ਭੈਣ ਭਰਾ ਆਉਣਾ ਹੋਵੇ ਸਾਡੇ ਘਰ, ਸਾਡੇ ਮਨ ਵਿੱਚ ਉਹਦੇ ਪ੍ਰਤੀ ਪਿਆਰ ਹੋਵੇ, ਤੇ ਜਦੋਂ ਸਾਨੂੰ ਕੋਈ ਖਬਰ ਮਿਲ ਜੇ ਨਾ ਕਿ ਫਲਾਣਾ ਰਿਸ਼ਤੇਦਾਰ, ਕੋਈ ਚਾਚਾ, ਕੋਈ ਤਾਇਆ, ਦੁਨਿਆਵੀ ਰਿਸ਼ਤੇਦਾਰ ਆ ਰਿਹਾ, ਤੇ ਜੇ ਅੰਦਰ ਪਿਆਰ ਹੋਏਗਾ ਤੇ ਅਸੀਂ ਘਰ ਤੋਂ ਬਾਹਰ ਸੜਕ ਤੱਕ ਵੀ ਕਈ ਵਾਰ ਅਗਲਵਾਂਡੀ ਹੋ ਕੇ ਲੈਣ ਵਾਸਤੇ ਜਾਂਦੇ, ਜਿਉਂ ਆਇਆਂ ਆਖਣ ਵਾਸਤੇ ਜਾਂਦੇ ਆ ਜੀ, ਜਿਉਂ ਆਇਆਂ ਨੂੰ। ਕਿਉਂਕਿ ਅੰਦਰ ਜੇ ਪਿਆਰ ਨਹੀਂ ਤੇ ਫਿਰ ਇਹੋ ਜਿਹਾ ਚਾਅ ਨਹੀਂ ਹੁੰਦਾ ਕਿ ਅਗਲਵਾਂਡੀ ਜਾ ਕੇ ਜਿਉਂ ਆਇਆਂ ਆਖਿਆ ਜਾਏ। ਹੁਣ ਜਿਹੜਾ ਪਿਆਰ ਹੈ ਬਾਬਾ ਮੋਹਰੀ ਜੀ ਦੇ ਮਨ ਵਿੱਚ, ਬਾਣੀ ਵਿੱਚ ਵੀ ਉਹਨਾਂ ਦਾ ਨਾਮ ਆਉਂਦਾ, ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸੈ ਪੈਰੀ ਪਾਏ ਜੀ। ਬਾਬਾ ਮੋਹਰੀ ਜੀ ਤੇ ਇੰਨਾ ਪਿਆਰ ਕਰਦੇ ਨੇ, ਚਾਅ ਚੜ੍ਹ ਗਿਆ ਗੁਰੂ ਅਰਜਨ ਸਾਹਿਬ ਮਹਾਰਾਜ ਆ ਰਹੇ ਨੇ।
ਅਗਲ ਵਾਂਢੀ ਪ੍ਰੇਮ ਦੇ ਵਿੱਚ ਜਿਉਂ ਆਇਆ ਕਹਿਣ ਵਾਸਤੇ ਘਰ ਤੋਂ ਬਾਹਰ ਗੋਇੰਦਵਾਲ ਸਾਹਿਬ ਨਗਰ ਤੋਂ ਬਾਰ-ਬਾਰ ਪਹੁੰਚੇ ਹਨ। ਪੁੱਤਰ ਆਦ ਪਰਿਵਾਰ ਅਗਾਰੀ, ਕੇਵਲ ਆਪ ਨਹੀਂ ਚੱਲ ਕੇ ਗਏ, ਆਪਣੇ ਪੁੱਤਰ ਪਰਿਵਾਰ ਸਾਰੇ ਹੀ ਉਹਨਾਂ ਨੂੰ ਨਾਲ ਲੈ ਕਰਕੇ ਉਹਨਾਂ ਦੇ ਸਮੇਤ ਅਗਲ ਵਾਂਢੀ ਹੋ ਕੇ ਜਾਂਦੇ ਹਨ। ਮਿਲਿਓ ਗੁਰੂ ਸੋ ਆਗੇ ਆਏ, ਗੋਇੰਦਵਾਲ ਸਾਹਿਬ ਪਹੁੰਚਣ ਤੋਂ ਪਹਿਲਾਂ ਹੀ ਅੱਗੇ ਜਾ ਕੇ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਤੇ ਸੰਗਤਾਂ ਨੂੰ ਜਿਉਂ ਆਇਆਂ ਨੂੰ ਆਖਦੇ ਹਨ। ਦੋਹਿ ਦਿਸ਼ ਬੰਧਨ ਕਰੀ ਭਾਉ ਧਰ, ਜਿੱਥੇ ਬਾਬਾ ਮੋਹਰੀ ਜੀ ਸਾਰੇ ਪਰਿਵਾਰ ਨੇ ਗੋਇੰਦਵਾਲ ਸਾਹਿਬ ਵਾਲਿਆਂ ਨੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ, ਮੱਥਾ ਟੇਕਿਆ ਹੈ। ਧੰਨ ਗੁਰੂ ਅਰਜਨ ਸਾਹਿਬ ਜੀ ਨੇ ਵੀ ਵੱਡੇ ਜਾਣ ਕੇ, ਮਾਮਾ ਪਰਿਵਾਰ ਨਾਨਕਾ ਪਰਿਵਾਰ ਜਾਣ ਕੇ ਉਹਨਾਂ ਦਾ ਅੱਗੋਂ ਬੜਾ ਸਤਿਕਾਰ ਪ੍ਰੇਮ ਸਹਿਤ ਕੀਤਾ ਹੈ। ਕੁਸ਼ਲ ਪੂਛ ਕਰ ਸੁਖ ਕੋ ਪਾਏ, ਤੇ ਨਾਲੇ ਪੁੱਛਦੇ ਨੇ ਹੋਰ ਇੱਕ ਦੂਜੇ ਦਾ ਹਾਲ ਚਾਲ, ਤੇ ਬੜੇ ਸੁੱਖ ਜਿਵੇਂ ਇੱਕ ਦੂਜੇ ਨੂੰ ਮਿਲ ਕਰਕੇ ਆਉਂਦਾ ਹੈ, ਇਸ ਤਰ੍ਹਾਂ ਬੜਾ ਸੁੱਖ ਸਾਰਿਆਂ ਨੂੰ ਪ੍ਰਾਪਤ ਹੋਇਆ, ਕਿਉਂਕਿ ਇਹ ਪਰਿਵਾਰ ਗੁਰੂ ਕਾ ਪਰਿਵਾਰ ਮਿਲਿਆ ਹੈ। ਸੁੰਦਰ ਮੰਦਰ ਵਿਖੇ ਉਤਾਰੇ, ਬੜੇ ਪਿਆਰ ਦੇ ਨਾਲ ਹੁਣ ਬੇਨਤੀ ਕਰਕੇ ਧੰਨ ਗੁਰੂ ਅਰਜਨ ਸਾਹਿਬ ਨੂੰ ਬਾਬਾ ਮੋਹਰੀ ਜੀ ਆਪਣੇ ਸੁੰਦਰ ਘਰ ਵਿਖੇ ਲੈ ਕਰਕੇ ਗਏ ਹਨ। ਰੁਚਰ ਪ੍ਰਿਯੰਕ ਡਸਾਏ ਲਿਆਏ, ਸੁੰਦਰ ਪਲੰਗ, ਜਿੱਥੇ ਸਤਿਗੁਰੂ ਬੈਠ ਜਾਣ ਉਹ ਫਿਰ ਕੱਲਾ ਪਲੰਗ ਨਹੀਂ ਰਹਿ ਜਾਂਦਾ, ਪਲੰਗ ਸਾਹਿਬ ਬਣ ਜਾਂਦਾ। ਜਿਹੜੀ ਚੀਜ਼ ਗੁਰੂ ਨਾਲ ਜੁੜ ਜਾਵੇ ਨਾ, ਉਹਦੇ ਨਾਲ ਸਿੱਖ ਸਾਹਿਬ ਸ਼ਬਦ ਜੋੜ ਕੇ ਸਤਿਕਾਰ ਕਰਿਆ ਕਰਦਾ। ਉਹ ਸੁੰਦਰ ਪਲੰਗ ਸਾਹਿਬ ਹੋਣ ਦਾ ਉਹਨੂੰ ਮਾਣ ਮਿਲ ਗਿਆ। ਉਹ ਧਰਤੀ ਭਾਗਾਂ ਵਾਲੀ ਹੋ ਜਾਂਦੀ ਹੈ ਜਿੱਥੇ ਗੁਰੂ ਕੇ ਚਰਨ ਪੈ ਜਾਣ, ਤੇ ਉਹ ਸੁੰਦਰ ਪਲੰਗ ਸਾਹਿਬ ਦੇ ਉੱਪਰ ਸਤਿਗੁਰੂ ਪਾਤਸ਼ਾਹ ਜੀ ਨੂੰ ਸਤਿਕਾਰ ਸਹਿਤ ਬਿਰਾਜਮਾਨ ਕਰਵਾਉਂਦੇ ਹਨ। ਸਗਲ ਭਾਂਤ ਕੀ ਸੇਵਾ ਕੀਨਸ, ਤੇ ਬੜੇ ਸੁੰਦਰ ਢੰਗ ਨਾਲ ਸਤਿਗੁਰਾਂ ਦੀ ਸੇਵਾ ਕਰਦੇ ਹਨ ਸਾਰਾ ਪਰਿਵਾਰ ਮਿਲ ਕੇ। ਖਾਨ ਪਾਨ ਆਦਿਕ ਤੇ ਸਮੁਦਾਏ, ਜਦੋਂ ਕੋਈ ਕਿਸੇ ਦੇ ਪ੍ਰਤੀ ਪਿਆਰ ਹੋਵੇ, ਚਾਅ ਚੜਿਆ ਹੋਵੇ, ਤੇ ਸਵਾਦਲੇ ਪਦਾਰਥ ਵੀ ਬੜੇ ਬਣਾਏ ਜਾਂਦੇ। ਜਿਹਦੇ ਪ੍ਰਤੀ ਚਾਅ ਨਹੀਂ, ਫਿਰ ਤੇ ਦਾਲ ਦੇ ਨਾਲ ਹੀ ਬੰਦਾ ਸਾਰ ਲੈਂਦਾ ਇੱਕ ਅੱਧੀ ਚੀਜ਼ ਬਣਾ ਕੇ, ਪਰ ਜਦੋਂ ਪਤਾ ਕੋਈ ਖਾਸ ਆਇਆ ਜਿਹਦੇ ਨਾਲ ਪਿਆਰ ਹੈ ਤੇ ਵੰਨ ਸਵੰਨੀਆਂ ਚੀਜ਼ਾਂ ਤਿਆਰ ਕਰਦੀਆਂ ਨੇ ਬੀਬੀਆਂ ਭੈਣਾਂ। ਇਸੇ ਤਰੀਕੇ ਨਾਲ ਸੰਗਤ ਵੱਲੋਂ ਭੱਲੇ ਪਰਿਵਾਰ ਵੱਲੋਂ, ਗੁਰੂ ਅਮਰਦਾਸ ਜੀ ਦੇ ਪਰਿਵਾਰ ਵੱਲੋਂ ਸਿੱਖ ਸੰਗਤਾਂ ਵਾਸਤੇ ਸੁੰਦਰ ਪਕਵਾਨ ਤਿਆਰ ਕੀਤੇ ਤੇ ਬੜੀ ਭਾਵਨਾ ਨਾਲ ਸਾਰਿਆਂ ਨੂੰ ਛਕਾਉਣੇ ਕੀਤੇ ਹਨ। ਨਿਸਮੈ ਸੁਪਤੇ ਉਠੇ ਪ੍ਰਾਤ ਕੋ, ਇਸ ਤਰ੍ਹਾਂ ਰਾਤ ਜਦੋਂ ਪੈ ਗਈ ਹੈ ਤੇ ਰਾਤ ਦੇ ਸਮੇਂ ਸਾਰੇ ਸੁੱਖ ਦੇ ਨਾਲ ਸਿਮਰਦਿਆਂ ਮਾਲਕ ਨੂੰ ਨਾਮ ਜਪਦਿਆਂ ਰਾਤ ਬਤੀਤ ਕਰਦੇ ਨੇ। ਭਾਵ ਇਸ ਤਰ੍ਹਾਂ ਰਾਤ ਸੌਂ ਕੇ ਸਭਨਾਂ ਬਤੀਤ ਕੀਤੀ, ਅਤੇ ਅੰਮ੍ਰਿਤ ਵੇਲਾ ਜਦੋਂ ਹੁੰਦਾ ਹੈ ਸਤਿਗੁਰੂ ਪਾਤਸ਼ਾਹ ਸਿੱਖ ਸੰਗਤਾਂ ਸਮੇਤ ਜਦੋਂ ਉੱਠ ਜਾਂਦੇ ਹਨ। ਜਾਏ ਬਾਵਲੀ ਕੀ ਨਿਸ਼ਨਾਨ, ਧੰਨ ਗੁਰੂ ਅਮਰਦਾਸ ਪਾਤਸ਼ਾਹ ਦੀ ਬਖਸ਼ਿਸ਼ ਸੁੰਦਰ ਬੌਲੀ ਸਾਹਿਬ ਦਾ ਜੋ ਨਿਰਮਾਣ ਸਤਿਗੁਰਾਂ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਕਰਾਇਆ, ਤੇ ਜੇ ਹੁਣ ਉੱਥੇ ਦਰਸ਼ਨ ਕਰਨ ਗਏ ਤੇ ਬੌਲੀ ਸਾਹਿਬ ਇਸ਼ਨਾਨ ਨਾ ਕਰਨੇ ਕਿਵੇਂ ਹੋ ਸਕਦਾ। ਬੌਲੀ ਸਾਹਿਬ ਦੇ ਸੁੰਦਰ ਸਥਾਨ ਤੇ ਜਾ ਕੇ ਸਤਿਗੁਰੂ ਪਾਤਸ਼ਾਹ ਨੇ ਸਿੱਖ ਸੰਗਤਾਂ ਸਮੇਤ ਸੁੰਦਰ ਢੰਗ ਦੇ ਨਾਲ ਇਸ਼ਨਾਨ ਕੀਤੇ ਹਨ। ਸਿੱਖ ਸੰਗਤ ਤੈਸੀ ਵਿਦ ਕਰਕੇ, ਸਿੱਖ ਸੰਗਤਾਂ ਨੇ ਵੀ ਉਸੇ ਭਾਵਨਾ ਦੇ ਨਾਲ ਬੌਲੀ ਸਾਹਿਬ ਦੇ ਅਸਥਾਨ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਚਿਤਾਰਦਿਆਂ, ਬਾਣੀ ਪੜ੍ਹਦਿਆਂ, ਸਿਮਰਨ ਕਰਦਿਆਂ ਉੱਥੇ ਇਸ਼ਨਾਨ ਕੀਤੇ ਹਨ। ਪੁਨਹ ਚੁਬਾਰੇ ਦਰਸ਼ਨ ਠਾਨ, ਸਾਧ ਸੰਗਤ ਜਿੱਥੇ ਆਪ ਜੀ ਬੌਲੀ ਸਾਹਿਬ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਜਾ ਕੇ ਦਰਸ਼ਨ ਕਰਦੇ ਹੋ, ਉੱਥੇ ਨੇੜੇ ਇੱਕ ਗੁਰਦੁਆਰਾ ਸਾਹਿਬ ਹੈ, ਗੁਰਦੁਆਰਾ ਚੁਬਾਰਾ ਸਾਹਿਬ, ਜਿਸ ਅਸਥਾਨ ਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਬਿਰਧ ਅਵਸਥਾ ਦੇ ਵਿੱਚ ਵੀ ਕਿੱਲੀ ਨੂੰ ਪਕੜ ਕਰਕੇ ਜਦੋਂ ਸਹਾਰਾ ਲੈ ਕੇ ਭਾਵੇਂ ਇਸ ਤਰ੍ਹਾਂ ਖੜੇ ਰਹਿ ਕਰਕੇ ਸਿਮਰਨ ਕਰਿਆ ਕਰਦੇ, ਉਹ ਗੁਰਦੁਆਰਾ ਚੁਬਾਰਾ ਸਾਹਿਬ ਜਿਸ ਅਸਥਾਨ ਤੇ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਬਚਪਨ ਬਤੀਤ ਹੋਇਆ, ਅਸੀਸਾਂ ਪ੍ਰਾਪਤ ਕੀਤੀਆਂ ਸੀ ਨਾਨਾ ਗੁਰੂ ਅਮਰਦਾਸ ਜੀ ਕੋਲੋਂ ਦੋਹਿਤਾ ਬਾਣੀ ਕਾ ਬੋਹਿਥਾ। ਜਿਸ ਥਾਂ ਤੇ ਵੱਡਾ ਪੁਰਖ ਹੈ ਭਾਰੀ, ਜਿਨ ਮੰਜੀ ਹਿਲਾਈ ਸਾਡੀ ਸਾਰੀ ਆਦਿਕ ਅਨੇਕ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ, ਜਿਸ ਥਾਂ ਤੇ ਰਹਿ ਕੇ ਨਾਨੇ ਗੁਰੂ ਅਮਰਦਾਸ ਜੀ ਦੀ ਸੰਗਤ ਵਿੱਚ ਰਹਿ ਕਰਕੇ ਗੁਰਮਤਿ ਨੂੰ ਦ੍ਰਿੜ ਕਰਕੇ ਤੈਂ ਜਨਮਤ ਗੁਰਮਤਿ ਬ੍ਰਹਮ ਪਛਾਣਿਓ ਵਾਲੀ ਅਵਸਥਾ ਤੱਕ ਪਹੁੰਚੇ ਸਨ, ਉਹ ਸੁੰਦਰ ਚੁਬਾਰਾ ਸਾਹਿਬ। ਆਪ ਜੀ ਵੀ ਜਦੋਂ ਦਰਸ਼ਨ ਕਰਨ ਜਾਂਦੇ ਹੋ ਤੇ ਬੌਲੀ ਸਾਹਿਬ ਅਸਥਾਨ ਤੇ ਦਰਸ਼ਨ ਕਰਕੇ, ਗੁਰਦੁਆਰਾ ਸਾਹਿਬ ਵਿਖੇ ਸੁੰਦਰ ਅਸਥਾਨਾਂ ਤੇ ਦਰਸ਼ਨ ਕਰਕੇ, ਨੇੜੇ ਗੁਰਦੁਆਰਾ ਚੁਬਾਰਾ ਸਾਹਿਬ ਆਦਿਕ ਅਸਥਾਨਾਂ ਤੇ ਵੀ ਦਰਸ਼ਨ ਕਰਨ ਜ਼ਰੂਰ ਜਾਇਆ ਕਰੀ। ਨਾਲ ਹੀ
ਉਸ ਅਸਥਾਨ ਤੇ ਗੁਰਦੁਆਰਾ ਅੰਗੀਠਾ ਸਾਹਿਬ ਆਦਿਕ ਜਿਹੜੇ ਸੁੰਦਰ ਅਸਥਾਨ, ਖਾਸ ਕਰਕੇ ਜਿੱਥੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੋਤੀ ਜੋਤ ਸਮਾਏ, ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਰੀਰ ਨੂੰ ਸਾਂਭਣ ਵਾਸਤੇ ਅੰਤਿਮ ਸੰਸਕਾਰ ਦੀ ਮਰਿਆਦਾ ਨਿਭਾਈ, ਸੁੰਦਰ ਯਾਦਗਾਰਾਂ ਨੇ। ਪਰ ਅੱਜ ਦੇ ਸਮੇਂ ਵਿੱਚ ਉੱਥੇ ਇੱਕ ਵੱਡੀ ਰਹਿਮਤ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਿਰਧ ਬੀੜਾਂ ਦੀ ਸੇਵਾ ਸੰਭਾਲ ਜਿਹੜੀ ਹੈ ਗੁਰਮਤ ਮਰਿਆਦਾ ਦੇ ਹਿਸਾਬ ਨਾਲ ਉਸ ਸਥਾਨ ਤੇ ਕੀਤੀ ਜਾਂਦੀ। ਜਿਨ੍ਹਾਂ ਦੇ ਘਰ ਦੇ ਵਿੱਚ ਕੋਈ ਬਿਰਧ ਪੋਥੀਆਂ, ਗੁਟਕਾ ਸਹਿਬਾਨ ਆਦਿਕ ਵੀ ਹੋਣ, ਯਤਨ ਕਰੀਏ ਕਿ ਉਹਨਾਂ ਸਥਾਨਾਂ ਤੇ ਪਹੁੰਚਾ ਦਿੱਤੇ ਜਾਣ, ਤਾਂ ਕਿ ਬਿਰਧ ਅਵਸਥਾ ਦੇ ਵਿੱਚ ਅੰਗੀਠਾ ਸਾਹਿਬ ਦੀ ਜੋ ਵੀ ਮਰਿਆਦਾ ਹੈ ਉੱਥੇ ਯੋਗ ਢੰਗ ਦੇ ਨਾਲ ਨਿਭਾਈ ਜਾ ਸਕੇ। ਪਾਵਨ ਬਿਰਧ ਸਰੂਪ ਸਹਿਬਾਨ ਦੀ ਸੇਵਾ ਅਤੇ ਪਾਵਨ ਬਿਰਧ ਪੋਥੀਆਂ, ਗੁਟਕਾ ਸਹਿਬਾਨ ਦੀ ਸੇਵਾ ਅੱਜ ਗੋਇੰਦਵਾਲ ਸਾਹਿਬ ਦੇ ਸੁੰਦਰ ਅਸਥਾਨਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਬਹੁਤ ਸੁਚੱਜੇ ਢੰਗ ਦੇ ਨਾਲ ਉੱਥੇ ਕੀਤੀ ਜਾ ਰਹੀ। ਸੋ ਇਹ ਸਾਰੇ ਅਸਥਾਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜਦੋਂ ਦਰਸ਼ਨ ਕਰਨ ਵਾਸਤੇ ਗਏ ਨੇ ਤੇ ਬੌਲੀ ਸਾਹਿਬ ਦੇ ਸੁੰਦਰ ਸਥਾਨ ਤੇ ਦਰਸ਼ਨ ਕਰਕੇ, ਇਸ਼ਨਾਨ ਕਰਕੇ ਫਿਰ ਚੁਬਾਰਾ ਸਾਹਿਬ ਗੁਰਦੁਆਰਾ ਸਾਹਿਬ ਦੇ ਜਾ ਕੇ ਦਰਸ਼ਨ ਕਰਦੇ ਹਨ। ਸ੍ਰੀ ਗੁਰ ਅਮਰ ਅੰਸ ਸਭ ਮਿਲ ਕੇ, ਫਿਰ ਉਸ ਸਥਾਨ ਤੇ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਸਾਰਾ ਪਰਿਵਾਰ, ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ, ਇਸੇ ਤਰੀਕੇ ਨਾਲ ਬਾਬਾ ਆਨੰਦ ਜੀ, ਬਾਬਾ ਸੰਸਰਾਮ ਜੀ, ਬਾਬਾ ਸੁੰਦਰ ਜੀ, ਇਹ ਸਾਰਾ ਪਰਿਵਾਰ ਸਾਰਿਆਂ ਨਾਲ ਮਿਲ ਕੇ ਜਦੋਂ ਬੈਠ ਕੇ ਗੱਲਾਂ ਬਾਤਾਂ ਕਰਦੇ ਹਨ। ਕੀਨਸ ਚਰਚਾ ਆਤਮ ਗਿਆਨ, ਆਪਾਂ ਤੇ ਕਿਸੇ ਕੋਲ ਬੈਠਾਂਗੇ ਜਾ ਕਰਕੇ ਦੁਨਿਆਵੀ ਗੱਲਾਂ ਕਰਨ ਲੱਗ ਪਵਾਂਗੇ, ਪਰ ਸਤਿਗੁਰੂ ਪਾਤਸ਼ਾਹ ਤੇ ਗੁਰੂ ਕਾ ਪਰਿਵਾਰ ਬੈਠਾ ਹੈ। ਹੁਣ ਉਸ ਸਥਾਨ ਤੇ ਬੈਠ ਕੇ ਦੁਨਿਆਵੀ ਗੱਲਾਂ ਨਹੀਂ ਹੋ ਰਹੀਆਂ, ਉੱਥੇ ਆਤਮ ਗਿਆਨ ਦੀਆਂ ਗੱਲਾਂ ਹੋ ਰਹੀਆਂ ਕਿ ਕਿੰਨੀ ਕੁ ਬਾਣੀ ਪੜ੍ਹਦੇ ਆ, ਸਿਮਰਨ ਕਰਦਿਆਂ ਆਤਮਿਕ ਅਵਸਥਾ ਕਿੱਥੇ ਕੋ ਪਹੁੰਚੀ ਹੈ। ਇਹ ਆਤਮਿਕ ਜੀਵਨ ਦੀਆਂ ਗੱਲਾਂ ਇੱਕ ਦੂਜੇ ਨਾਲ ਕਰਦੇ ਨੇ, ਉੱਥੇ ਦੁਨਿਆਵੀ ਗੱਲਾਂ ਨਹੀਂ ਕੀਤੀਆਂ ਜਾ ਰਹੀਆਂ। ਅੱਜ ਵੀ ਅਸੀਂ ਇੱਕ ਦੂਜੇ ਨੂੰ ਮਿਲਦੇ ਆ, ਪਰਿਵਾਰ ਮਿਲਦੇ ਆ, ਇੱਕ ਦੂਜੇ ਦੇ ਪਰਿਵਾਰ ਬਾਰੇ, ਬੱਚਿਆਂ ਬਾਰੇ, ਹੋਰ ਦੁਨਿਆਵੀ ਗੱਲਾਂ ਕਰਦੇ ਆ। ਪਰ ਜਿਹੜੇ ਗੁਰਸਿੱਖ ਕੋਈ ਮਿਲਦਾ ਹੈ ਤੇ ਇੱਕ ਦੂਜੇ ਨੂੰ ਪੁੱਛਦਾ ਹੈ, ਬੱਚਿਆਂ ਨੂੰ ਪੁੱਛਦੇ ਨੇ, ਹਾਂ ਬਈ ਪੁੱਤਰਾ ਤੂੰ ਇੰਨਾ ਜਵਾਨ ਹੋ ਗਿਆ, ਕਿੰਨੀਆਂ ਬਾਣੀਆਂ ਕੰਠ ਕਰ ਲਈਆਂ ਨੇ, ਕਿੰਨੇ ਕੋ ਸ਼ਬਦ ਤੂੰ ਕੰਠ ਕਰ ਲਏ ਨੇ। ਇਸ ਤਰੀਕੇ ਨਾਲ ਗੁਰਸਿੱਖ ਕਿਸੇ ਬੱਚੇ ਨੂੰ ਮਿਲਦਾ ਹੈ ਤੇ ਗੁਰਸਿੱਖ ਬੱਚੇ ਕੋ ਇਵੇਂ ਦੇ ਸਵਾਲ ਕਰਦੇ ਨੇ, ਤੇ ਜਦੋਂ ਆਤਮ ਗਿਆਨੀ ਮਿਲਦੇ ਨੇ ਤਾਂ ਉਹ ਆਤਮ ਗਿਆਨ ਦੀਆਂ ਗੱਲਾਂ ਕਰਦੇ ਨੇ, ਬ੍ਰਹਮ ਗਿਆਨ ਦੀਆਂ ਗੱਲਾਂ ਸਤਿਗੁਰ ਪਾਤਸ਼ਾਹ ਤੇ ਗੁਰੂ ਅਮਰਦਾਸ ਜੀ ਦਾ ਪਰਿਵਾਰ ਮਿਲ ਕੇ ਆਪਸ ਵਿੱਚ ਸਾਰੇ ਕਰਦੇ ਹਨ। ਭਨਿਓ ਸੁਨਿਓ ਮਨ ਗੁਨਿਓ ਭਲੇ ਕਰ, ਜਿੱਥੇ ਪਿਆਰ ਨਾਲ ਸਤਿਗੁਰਾਂ ਨੇ ਬਚਨ ਕਹੇ, ਸਾਰਿਆਂ ਨੇ ਧਿਆਨ ਨਾਲ ਸੁਣੇ ਤੇ ਫਿਰ ਉਹਨਾਂ ਨੂੰ ਗੁਣਿਆ ਵੀ, ਭਾਵ ਵਿਚਾਰਿਆ ਵੀ ਹੈ। ਸਿੱਖ ਨੇ ਜਿੱਥੇ ਸੁਣਨਾ ਹੈ ਉੱਥੇ ਧਿਆਨ ਦੇ ਨਾਲ ਸੁਣ ਕੇ, ਮੰਨ ਕੇ, ਫਿਰ ਉਹਦੇ ਅਨੁਸਾਰ ਭਾਵ ਵੀ ਪੈਦਾ ਕਰਨਾ। ਜੇ ਕੋਈ ਕਹਿੰਦਾ ਹੈ ਕਿ ਤਿੰਨਾਂ ਨਦੀਆਂ ਦਾ ਜਿੱਥੇ ਸੰਗਮ ਹੁੰਦਾ ਹੈ ਉਹਦੇ ਇਸ਼ਨਾਨ ਦੀ ਜਿੱਥੇ ਮਹਾਨਤਾ ਆਮ ਤੌਰ ਤੇ ਦੱਸੀ ਜਾਂਦੀ, ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਿਹਨੇ ਤਿੰਨ ਚੀਜ਼ਾਂ ਜੀਵਨ ਵਿੱਚ ਧਾਰਨ ਕਰ ਲਈਆਂ ਨਾ, ਸੁਣਿਆ, ਮੰਨਿਆ, ਮਨ ਕੀਤਾ ਭਾਉ। ਪਹਿਲਾਂ ਸੁਣਨਾ, ਜੀਵਨ ਦੇ ਵਿੱਚ ਧਰਮ ਦੀ ਦੁਨੀਆ ਵਿੱਚ ਸੁਣਨ ਦੀ ਬਹੁਤ ਵੱਡੀ ਮਹਾਨ, 4 ਪੌੜੀਆਂ ਤੇ ਸਤਿਗੁਰਾਂ ਨੇ ਸੁਣਨ ਦੀਆਂ ਹੀ ਉਚਾਰਨ ਕੀਤੀਆਂ ਹੋਈਆਂ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਜੇ ਦੁੱਖਾਂ ਪਾਪਾਂ ਦਾ ਨਾਸ਼ ਕਰਨਾ ਹੈ ਤੇ ਸੁਣਨਾ ਸ਼ੁਰੂ ਕਰ ਦੇ। ਜੇ ਮੁੱਖ ਤੋਂ ਕਿਸੇ ਨੇ ਰੱਬ ਦਾ ਨਾਮ ਜਪਣਾ ਹੈ, ਸੱਚ ਜਾਣਿਓ ਮੁੱਖ ਤੋਂ ਬੰਦਾ ਉਹੀ ਕੁਝ ਬੋਲਦਾ ਹੈ ਜੋ ਕੰਨਾਂ ਨਾਲ ਸੁਣਦਾ। ਜੇ ਸਾਡੇ ਛੋਟੇ ਬੱਚੇ ਗਾਣੇ ਬੋਲ ਰਹੇ ਨੇ ਘਰਾਂ ਦੇ ਵਿੱਚ, ਮਾੜੇ ਗੀਤ ਗਾ ਰਹੇ ਨੇ ਜਾਂ ਮਾੜੇ ਬੋਲ ਸਾਡੇ ਬੱਚਿਆਂ ਦੇ ਮੁੱਖ ਚੋਂ ਨਿਕਲਦੇ ਹੈ, ਇਹਦਾ ਮਤਲਬ ਉਹਨਾਂ ਨੇ ਸਾਡੇ ਕੋਲੋਂ ਜਾਂ ਆਲੇ ਦੁਆਲੇ ਕਿਸੇ ਕੋਲੋਂ ਉਹ ਬੋਲ ਕੰਨਾਂ ਨਾਲ ਸੁਣੇ ਜ਼ਰੂਰ ਨੇ। ਗੁਰੂ ਕੀ ਗੋਦ ਵਿੱਚ ਆਏ ਆ, ਜਿਹੜਾ ਬੱਚਾ ਕਦੀ 20-25 ਸਾਲ ਤੱਕ ਇਹੋ ਜਿਹੀ ਥਾਂ ਤੇ ਰੱਖੀਏ ਜਿਹਦੇ ਕੰਨਾਂ ਵਿੱਚ ਕਦੀ ਆਵਾਜ਼ ਨਾ ਜਾਵੇ, 20 ਸਾਲਾਂ ਬਾਅਦ ਉਹ ਬੱਚਾ ਗੂੰਗਾ ਹੋਏਗਾ, ਕਿਉਂਕਿ ਉਹਦੇ ਕੰਨਾਂ 'ਚ ਜਦ ਤੱਕ ਸ਼ਬਦ ਪਿਆ ਹੀ ਨਹੀਂ ਉਹ ਬੋਲੇਗਾ। ਇਸ ਕਰਕੇ ਬੋਲ ਮੁੱਖ ਚੋਂ ਉਹ ਨਿਕਲਦੇ ਨੇ ਜਿਹੜੇ ਕੰਨਾਂ ਨਾਲ ਸੁਣਦੇ। ਬਚਪਨ ਤੋਂ ਜਿਹੜਾ ਬੱਚਾ ਸਿਮਰਨ ਦੇ ਨਾਲ ਜੁੜ ਗਿਆ, ਕੰਨਾਂ ਵਿੱਚ ਸਤਿਨਾਮ ਵਾਹਿਗੁਰੂ ਦੀ ਆਵਾਜ਼ ਪੈਂਦੀ ਹੈ, ਬਾਣੀ ਦੀ ਧੁਨ ਜਿਹਦੇ ਕੰਨਾਂ ਵਿੱਚ ਜਾਂਦੀ ਹੈ, ਉਹਦੇ ਮੁੱਖ ਚੋਂ ਬੋਲ ਵੀ ਉਹੋ ਜਿਹੀ ਉਚਾਰਨ ਹੋਣ ਲੱਗ ਪੈਂਦੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿੱਥੇ ਸੁਣਨ ਦੀ ਗੱਲ ਕੀਤੀ, ਸੁਣਿਆ, ਫਿਰ ਮੰਨਣ ਦੀ ਗੱਲ ਕੀਤੀ, ਮੰਨੇ ਕੀ ਗਤ ਕਹੀ ਨਾ ਜਾਏ। ਪਰ ਸੁਣ ਕੇ, ਮੰਨ ਕੇ, ਸੁਣਿਆ, ਮੰਨਿਆ, ਮਨ ਕੀਤਾ ਭਾਉ, ਮਨ ਅੰਦਰ ਭਾਵਨਾ, ਪ੍ਰੇਮ ਧਾਰਨ ਕਰਕੇ ਵਿਚਾਰ ਕੇ ਜਦੋਂ ਭਾਵਨਾ ਬਣਾ ਲਈ
ਤੇ ਸਾਹਿਬ ਕਹਿੰਦੇ ਫਿਰ ਅੰਤਰਗਤ ਤੀਰਥ ਮਲ ਨਹਾਓ, ਸਮਝ ਲਓ ਅੰਦਰਲੇ ਤੀਰਥ ਤੇ ਅਸਲ ਵਿੱਚ ਇਸ਼ਨਾਨ ਕਰਦਾ। ਇਹ ਤ੍ਰਿਵੇਣੀ ਦਾ ਇਸ਼ਨਾਨ ਅੰਦਰੋਂ ਹੋ ਜਾਂਦਾ। ਤੇ ਸਤਿਗੁਰੂ ਜੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜਦੋਂ ਪਹੁੰਚੇ ਨੇ, ਸਾਰੀ ਸੰਗਤ ਨਾਲ ਬੈਠੀ ਹੈ, ਬਾਬਾ ਮੋਹਰੀ ਜੀ ਤੇ ਸਾਰਾ ਪਰਿਵਾਰ ਬੈਠਾ ਹੈ। ਸਤਿਗੁਰੂ ਬਚਨ ਕਰਦੇ ਨੇ, ਸਾਰੇ ਸੁਣਦੇ ਨੇ, ਫਿਰ ਉਹਨੂੰ ਵਿਚਾਰਦੇ ਨੇ ਸਾਰੇ ਬੜੇ ਪਿਆਰ ਦੇ ਨਾਲ। ਸਭ ਮੈਂ ਭਇਓ ਆਨੰਦ ਮਹਾਨ। ਜਿਉਂ-ਜਿਉਂ ਗੁਰੂ ਕੇ ਬਚਨ ਕੋਈ ਵਿਚਾਰਦਾ ਹੈ, ਉਹ ਸਾਰੇ ਆਪਣੇ ਭਲੇ ਵਾਸਤੇ ਕਿ ਇਹਦੇ ਨਾਲ ਹੀ ਸਾਡਾ ਭਲਾ ਹੋਣਾ ਹੈ, ਇਸ ਤਰੀਕੇ ਦੇ ਨਾਲ ਬੜਾ ਆਨੰਦ ਬਣਦਾ ਹੈ। ਇਹੋ ਜਿਹੇ ਆਤਮ ਗਿਆਨ ਦੀ ਵਿਚਾਰ ਕੀਤਿਆਂ ਸਾਰੇ ਬੜੇ ਆਨੰਦ ਵਿੱਚ ਆ ਜਾਂਦੇ ਹਨ। ਕਿਤਕ ਦਿਵਸ ਬਸ ਪੁਰੀ ਬਤਾਇਸ। ਸਾਧ ਸੰਗਤ ਇਸ ਤਰ੍ਹਾਂ ਸਮਾਂ ਜਿਹੜਾ ਬਤੀਤ ਹੁੰਦਾ ਜਾਂਦਾ ਹੈ। ਰੋਜ਼ ਗੁਰੂ ਕਾ ਪਰਿਵਾਰ ਤੇ ਸੰਗਤ ਸਾਰੀ ਬੈਠ ਕੇ ਆਤਮ ਗਿਆਨ ਦੀ ਚਰਚਾ ਸਾਰੇ ਰਲ ਕੇ ਕਰਦੇ ਨੇ। ਕਈ ਦਿਨ ਇਸ ਤਰੀਕੇ ਨਾਲ ਗੋਇੰਦਵਾਲ ਸਾਹਿਬ ਬਤੀਤ ਹੋਏ ਹਨ। ਪੁਨ ਪੂਰਨਮਾਸ਼ੀ ਦਿਨ ਆਏ। ਫਿਰ ਆਖਰਕਾਰ ਉਹ ਦਿਨ ਜਿਹੜਾ ਪੂਰਨਮਾਸ਼ੀ ਦਾ ਮਹਾਨ ਜੋੜ ਮੇਲਾ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਯਾਦ ਵਿੱਚ ਸਿੱਖ ਸੰਗਤਾਂ ਇਕੱਠੀਆਂ ਹੁੰਦੀਆਂ ਨੇ, ਉਹ ਪੂਰਨਮਾਸ਼ੀ ਦੇ ਜੋੜ ਮੇਲੇ ਦਾ ਦਿਨ ਵੀ ਮਹਾਨ ਦਿਨ ਆ ਗਿਆ ਹੈ। ਡੱਲੇ ਵਾਸੀ ਆਦਿਕ ਸਿੱਖ ਗਨ। ਵੱਖ-ਵੱਖ ਦੇਸ਼ਾਂ ਚੋਂ ਵਿਦੇਸ਼ਾਂ ਚੋਂ ਤੇ ਖਾਸ ਕਰਕੇ ਜਿਹੜਾ ਡੱਲਾ ਪਿੰਡ ਹੈ, ਜਿੱਥੋਂ ਦੇ ਮਾਤਾ ਦਮੋਦਰੀ ਜੀ ਸ੍ਰੀ ਹਰਗੋਬਿੰਦ ਜੀ ਨਾਲ ਜਿਨ੍ਹਾਂ ਦਾ ਆਨੰਦ ਕਾਰਜ ਦਾ ਪ੍ਰਸੰਗ ਪਿਛਲੇ ਦਿਨਾਂ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ, ਇਹ ਡੱਲੇ ਵਾਸੀ ਬਾਬਾ ਨਾਰਾਇਣ ਦਾਸ ਜੀ ਦਾ ਸਾਰਾ ਪਰਿਵਾਰ, ਉਹ ਸਿੱਖ ਸੰਗਤਾਂ ਜਿੱਥੋਂ ਦੇ 72 ਸਿੱਖਾਂ ਦਾ ਵਿਸ਼ੇਸ਼ ਕਰਕੇ ਜ਼ਿਕਰ ਹੈ, ਉਹ ਸਾਰੀਆਂ ਸੰਗਤਾਂ ਵੀ ਵੱਡੇ ਪੱਧਰ ਤੇ ਗੋਇੰਦਵਾਲ ਸਾਹਿਬ ਪਹੁੰਚ ਜਾਂਦੀਆਂ ਹਨ। ਭਇਓ ਮੇਲ ਆਏ ਸਮੁਦਾਏ। ਦੇਸ਼ ਵਿਦੇਸ਼ ਤੋਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਇਸ ਮਹਾਨ ਪੂਰਨਮਾਸ਼ੀ ਦੇ ਜੋੜ ਮੇਲੇ ਤੇ ਬਹੁਤ ਵੱਡਾ ਸੰਗਤਾਂ ਦਾ ਇਕੱਠ ਹੁੰਦਾ ਹੈ। ਕ੍ਰਿਤ ਮਿਸ਼ਟਾਨ ਚੂਨ ਗੋਦਮ ਕੋ। ਸੰਗਤ ਦੀ ਸੇਵਾ ਵਾਸਤੇ ਸੁੰਦਰ ਪਕਵਾਨ ਤਿਆਰ ਕੀਤੇ ਜਾਂਦੇ ਨੇ, ਘਿਓ ਪਾ ਕਰਕੇ ਮਿੱਠੇ ਪਕਵਾਨ। ਇਸੇ ਤਰੀਕੇ ਦੇ ਨਾਲ ਕਣਕ ਦੇ ਆਟੇ ਦੇ ਵਿੱਚੋਂ ਵੰਨ ਸਵੰਨੇ ਪਕਵਾਨ ਤਿਆਰ ਹੁੰਦੇ ਹਨ। ਸੂਖਮ ਚਾਵਰ ਸੂਪ ਲਿਆਏ। ਇਸੇ ਤਰੀਕੇ ਦੇ ਨਾਲ ਰਸੋਈ ਵਾਸਤੇ ਬਰੀਕ ਬਰੀਕ ਚੌਲ ਜਿਹੜੇ ਨੇ ਲਿਆਂਦੇ ਜਾਂਦੇ ਨੇ, ਸਵਾਦਲੇ ਪਦਾਰਥ ਤਿਆਰ ਕਰਨ ਲਈ। ਸੰਚੈ ਭਇਓ ਬ੍ਰਿੰਦ ਸਮਗਰੀ। ਇਸ ਤਰ੍ਹਾਂ ਬਹੁਤ ਸਾਰੀ ਸਮੱਗਰੀ ਜਿਹੜੀ ਸੀ ਪ੍ਰਸ਼ਾਦੇ ਪਾਣੀ ਤਿਆਰ ਕਰਨ ਵਾਸਤੇ ਇਹ ਮੰਗਵਾਈ ਗਈ ਹੈ। ਦੇਗ ਹੋਤ ਸਿਧ ਸਵਾਦ ਰਸਾਏ। ਜਿੱਥੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਹੁੰਦੀ ਹੈ, ਲੰਗਰ ਵਾਸਤੇ ਦੇਗਾਂ ਤਿਆਰ ਹੁੰਦੀਆਂ ਨੇ। ਇਸ ਤਰੀਕੇ ਨਾਲ ਬਹੁਤ ਸਵਾਦਲੇ ਪਦਾਰਥ ਤਿਆਰ ਕੀਤੇ ਜਾਂਦੇ ਹਨ। ਸਿੱਖ ਬ੍ਰਿੰਦ ਸੇਵਾ ਮਹਿ ਠਾਂਡੇ। ਤੇ ਜਿਹੜੇ ਸਿੱਖ ਨੇ ਸੰਗਤਾਂ ਉੱਥੇ ਪਹੁੰਚੀਆਂ ਨੇ, ਉਹਨਾਂ ਦੀ ਸੇਵਾ ਵਾਸਤੇ ਸਾਰੇ ਸਿੱਖ ਬੜੀ ਭਾਵਨਾ ਨਾਲ ਸੁਚੇਤ ਹੋ ਕੇ ਸੇਵਾ ਕਰਨ ਲੱਗ ਪੈਂਦੇ ਹਨ। ਉਹ ਜਲ ਆਨੈ ਈਂਧਨ ਜਾਲ। ਹੁਣ ਸੇਵਾ ਕਈ ਰੂਪਾਂ ਵਿੱਚ ਕੀਤੀ ਜਾਂਦੀ ਹੈ। ਕਿਸੇ ਦੀ ਜ਼ਿੰਮੇਵਾਰੀ ਸਤਿਗੁਰੂ ਪਾਤਸ਼ਾਹ ਲਾਉਂਦੇ ਨੇ, ਭਾਈ ਤੁਹਾਡੀ ਸੇਵਾ ਇਹ ਹੈ ਕਿ ਤੁਸਾਂ ਜਲ ਲਿਆਉਣ ਦੀ ਸੇਵਾ ਕਰਨੀ। ਜਿਹਨੂੰ ਜਲ ਲਿਆਉਣ ਦੀ ਡਿਊਟੀ ਲਾ ਕੇ ਸਤਿਗੁਰਾਂ ਨੇ ਹੁਕਮ ਕਰਤਾ, ਉਹ ਜਲ ਲਿਆਉਣ ਦੀ ਸੇਵਾ ਲਗਾਤਾਰ ਕਰੀ ਜਾ ਰਿਹਾ ਹੈ। ਕਿਸੇ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਭਾਈ ਤੁਸੀਂ ਇਸ ਤਰੀਕੇ ਦੇ ਨਾਲ ਆ ਫਲਾਣੀ ਸੇਵਾ ਕਰਨੀ ਹੈ, ਲੱਕੜਾਂ ਬਾਲਣ ਦੀ ਸੇਵਾ ਕਰਨੀ ਹੈ, ਲੱਕੜਾਂ ਲੈ ਕੇ ਆਉਣ ਦੀ ਸੇਵਾ ਕਰਨੀ ਹੈ, ਇਸ ਤਰੀਕੇ ਨਾਲ ਅੱਗ ਬਾਲਣੀ ਹੈ। ਇਹ ਵੱਖਰੀਆਂ ਵੱਖਰੀਆਂ ਸੇਵਾਵਾਂ ਸਭਨਾਂ ਦੀਆਂ ਸਤਿਗੁਰਾਂ ਲਗਾ ਦਿੱਤੀਆਂ ਹਨ। ਭਇਓ ਆਹਾਰ ਸੋ ਤਿਆਰ ਅਨਕ ਬਿਦ। ਸਾਰੀ ਸਿੱਖ ਸੰਗਤ ਜਿੱਥੇ ਸੇਵਾ ਕਰ ਰਹੀ ਹੈ, ਕਈ ਸਿੱਖ ਹੁਣ ਲੰਗਰ ਤਿਆਰ ਕਰਨ ਦੀ ਸੇਵਾ ਦੇ ਵਿੱਚ ਲੱਗ ਪਏ ਨੇ। ਕੋਈ ਸਬਜ਼ੀ ਕੱਟਦਾ ਹੈ, ਕੋਈ ਕਿਸੇ ਤਰੀਕੇ ਨਾਲ ਆਟਾ ਗੁੰਨਣ ਦੀ ਸੇਵਾ ਕਰ ਰਿਹਾ, ਕੋਈ ਇਸੇ ਤਰੀਕੇ ਦੇ ਨਾਲ ਚੌਲਾਂ ਨੂੰ ਸਾਫ਼ ਕਰਨ ਦੀ ਸੇਵਾ ਕਰ ਰਿਹਾ। ਇਸੇ ਤਰੀਕੇ ਦੇ ਨਾਲ ਹੁਣ ਕੋਈ ਲੰਗਰ ਤਿਆਰ ਕਰਨ ਦੇ ਵਿੱਚ ਵੱਖ-ਵੱਖ ਤਰੀਕੇ ਨਾਲ ਜਿਹੜੀਆਂ ਸੇਵਾਵਾਂ, ਅੱਜ ਵੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਲੰਗਰ ਸਥਾਨ ਤੇ ਜਦੋਂ ਦਰਸ਼ਨ ਕਰਨ ਜਾਈਏ, ਕਿੰਨੀਆਂ ਸੰਗਤਾਂ ਨੇ ਵੱਖ-ਵੱਖ ਢੰਗ ਦੇ ਨਾਲ ਸੇਵਾ ਦੇ ਵਿੱਚ ਜੁੜੀਆਂ ਨੇ। ਵੇਖ ਕੇ ਲੋਕ ਹੈਰਾਨ ਹੋ ਜਾਂਦੇ ਨੇ, ਕਿੰਨੀ ਭਾਵਨਾ ਨਾਲ ਆਰੰਭ ਤੋਂ ਹੀ ਕੋਈ ਥਾਲੇ ਫੜਾਉਣ ਦੀ ਸੇਵਾ ਕਰ ਰਿਹਾ, ਚਮਚ ਫੜਾਉਣ ਦੀ, ਬਾਟੇ ਫੜਾਉਣ ਦੀ ਸੇਵਾ ਕਰਦਾ। ਫਿਰ ਅੰਦਰ ਜਾ ਕੇ ਕਿਸ ਤਰੀਕੇ ਨਾਲ ਕੋਈ ਪ੍ਰਸ਼ਾਦੇ ਵਰਤਾਉਂਦਾ ਹੈ, ਕੋਈ ਦਾਲ ਵਰਤਾ ਰਿਹਾ, ਖੀਰ ਵਰਤਾ ਰਿਹਾ। ਫਿਰ ਅਜੇ ਬਾਹਰ ਆਉਂਦੇ ਆ ਸਾਧ ਸੰਗਤ, ਤੇ ਉੱਥੇ ਚਮਚ ਸਾਡੇ ਪਹਿਲਾਂ ਪਕੜ ਲੈਂਦੇ ਆ, ਫਿਰ ਥਾਲ ਪਕੜ ਲੈਂਦੇ ਆ। ਇਸ ਤਰੀਕੇ ਦੇ ਨਾਲ ਹਰ ਕੋਈ ਸੇਵਾ ਦੇ ਵਿੱਚ ਜਿਵੇਂ ਜੁੜਿਆ ਰਹਿੰਦਾ ਹੈ। ਵੇਖ ਵੇਖ ਕੇ ਦੁਨੀਆ ਆਸ਼ਿਸ਼ ਕਰ ਉੱਠਦੀ ਹੈ। ਇਹ
ਉਸ ਸਮੇਂ ਵੀ ਸੰਗਤਾਂ ਦੀ ਵੱਖਰੀ ਵੱਖਰੀ ਸੇਵਾ ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਲਗਾਈ ਤੇ ਬੜੇ ਸੁੰਦਰ ਲੰਗਰ ਤਿਆਰ ਕੀਤੇ ਜਾ ਰਹੇ ਸਨ। ਸਿੱਖ ਸੰਗਤ ਥਿਤ ਪੰਗਤ ਨਾਲ। ਤੇ ਫਿਰ ਜਦੋਂ ਲੰਗਰ ਛਕਾਉਣਾ ਹੈ, ਇਹ ਮਰਿਆਦਾ ਹੁਣ ਉਸ ਸਥਾਨ ਤੇ ਸਤਿਗੁਰਾਂ ਗੁਰੂ ਅਮਰਦਾਸ ਪਾਤਸ਼ਾਹ ਨੇ ਰਹਿਮਤ ਕੀਤੀ ਸੀ। ਪਹਿਲਾਂ ਪੰਗਤ ਪਾਛੇ ਸੰਗਤ। ਇਹ ਸੰਗਤ ਪੰਗਤ ਦੀ ਰੀਤ ਭਾਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਰਹਿਮਤ ਹੈ, ਪਰ ਇਹਨੂੰ ਪਹਿਲਾਂ ਪੰਗਤ ਪਾਛੇ ਸੰਗਤ ਕਹਿ ਕੇ ਉਸ ਸਥਾਨ ਤੇ ਇਹ ਤਿਆਰ ਕੀਤਾ ਗਿਆ ਕਿ ਪਹਿਲਾਂ ਪੰਗਤ 'ਚ ਪ੍ਰਸ਼ਾਦਾ ਛਕਣਾ ਹੈ, ਫਿਰ ਲੰਗਰ 'ਚ ਛਕ ਕੇ ਫਿਰ ਗੁਰੂ ਕੇ ਦਰਸ਼ਨ ਹੋਣਗੇ। ਇਹ ਮਰਿਆਦਾ ਸੀ। ਪਰ ਬਾਅਦ ਵਿੱਚ ਸਮਾਂ ਪਾ ਕੇ ਕੁਝ ਚੀਜ਼ਾਂ ਅੱਜ ਦੇ ਹਿਸਾਬ ਨਾਲ ਤਾਂ ਕਿ ਭਾਵੇਂ ਪਹਿਲਾਂ ਗੁਰਦੁਆਰੇ ਦਰਸ਼ਨ ਕਰੋ ਜਿੱਥੇ ਦੀਵਾਨ ਲੱਗਦੇ ਆ, ਬਾਅਦ ਪ੍ਰਸ਼ਾਦਾ ਪਾਣੀ ਕਿਉਂ? ਕਿਉਂਕਿ ਕਈ ਵਾਰ ਪ੍ਰਸ਼ਾਦਾ ਛੱਡ ਕੇ ਕਈ ਬਾਹਰੋਂ ਬਾਹਰ ਹੀ ਤੁਰ ਪੈਂਦੇ ਅੱਜ ਕੱਲ੍ਹ। ਇਸ ਕਰਕੇ ਹੌਲੀ ਹੌਲੀ ਪ੍ਰਬੰਧ ਕਈ ਥਾਵਾਂ ਤੇ ਲੋੜ ਅਨੁਸਾਰ ਚੇਂਜ ਕੀਤੇ ਕਿ ਪਹਿਲਾਂ ਗੁਰਦੁਆਰੇ ਦੀਵਾਨ ਸੱਜਣਗੇ ਤੇ ਦੀਵਾਨ ਸੱਜ ਕੇ ਸਮਾਪਤੀ ਹੋਏਗੀ, ਫੇਰ ਪ੍ਰਸ਼ਾਦਾ ਪਾਣੀ ਛਕਾਇਆ ਜਾਂਦਾ। ਇਸ ਤਰ੍ਹਾਂ ਵੱਖ-ਵੱਖ ਸਥਾਨਾਂ ਤੇ ਜਿਵੇਂ ਅੱਜ ਮਰਿਆਦਾ ਵੱਖਰੀ ਚੱਲਦੀ, ਪਰ ਗੋਇੰਦਵਾਲ ਸਾਹਿਬ ਜਾਤ ਪਾਤ ਊਚ ਨੀਚ ਦੇ ਭਰਮ ਕੱਢਣੇ ਸਨ ਸਤਿਗੁਰੂ ਪਾਤਸ਼ਾਹ ਨੇ। ਇਸ ਕਰਕੇ ਇਹ ਮਰਿਆਦਾ ਸੀ ਪਹਿਲਾਂ ਪੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਛਕੋ, ਫੇਰ ਜਾ ਕੇ ਗੁਰੂ ਅਮਰਦਾਸ ਪਾਤਸ਼ਾਹ ਦੇ ਦਰਸ਼ਨ ਹੋਇਆ ਕਰਦੇ ਸਨ। ਸੋ ਇਹ ਮਰਿਆਦਾ ਸਤਿਗੁਰੂ ਪਾਤਸ਼ਾਹ ਨੇ ਚਲਾਈ ਸੀ। ਸੋ ਸੁੰਦਰ ਢੰਗ ਨਾਲ ਉਹ ਪੰਗਤਾਂ ਦੇ ਵਿੱਚ ਸੁੰਦਰ ਰੂਪ ਦੇ ਵਿੱਚ ਸੰਗਤਾਂ ਨੂੰ ਪ੍ਰੇਮ ਭਾਵਨਾ ਨਾਲ ਸਜਾਇਆ ਗਿਆ ਹੈ। ਸ਼੍ਰੀ ਅਰਜਨ ਜਲ ਨਿਜ ਕਰ ਧਰ ਕੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜਿੱਥੇ ਸਿੱਖ ਸੰਗਤਾਂ ਨੂੰ ਵੱਖਰੀ ਵੱਖਰੀ ਸੇਵਾ ਦੇ ਰਹੇ ਨੇ, ਆਪ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਬੜੇ ਸੁੰਦਰ ਢੰਗ ਨਾਲ ਸੰਗਤਾਂ ਦੀ ਸੇਵਾ ਕਰਦੇ ਹਨ। ਚਰਨ ਪਖਾਰੇ ਪ੍ਰੀਤ ਵਿਸਾਲ। ਪ੍ਰੇਮ ਭਾਵਨਾ ਨਾਲ ਦੂਰੋਂ ਥੱਕੀਆਂ ਆਈਆਂ ਸੰਗਤਾਂ ਤੇ ਸੰਗਤਾਂ ਹੁਣ ਕਿਉਂਕਿ ਮਿੱਟੀ ਘੱਟੇ ਵਾਲੇ ਰਾਹ ਸਨ। ਅੱਜ ਵੀ ਜਦੋਂ ਆਪਾਂ ਦਰਬਾਰ ਵਿੱਚ ਜਾਂਦੇ ਆ, ਸੇਵਾਦਾਰ ਵੀਰ ਕਹਿੰਦਾ ਹੈ ਭਾਈ ਆ ਪੈਰ ਧੋ ਕੇ ਅੰਦਰ ਜਾਇਓ ਜੀ, ਕਿਉਂਕਿ ਅੱਜ ਬੇਨਤੀ ਅੱਜ ਭਾਵੇਂ ਪੱਕੀਆਂ ਥਾਵਾਂ ਨੇ, ਜੋੜੇ ਜਰਾਬਾਂ ਪਾ ਕੇ ਆਉਂਦੇ ਆ ਤੇ ਫਿਰ ਲਾਹ ਕੇ ਜੋੜਾ ਘਰ ਜਾਂਦੇ ਆ, ਤਾਂ ਵੀ ਸੇਵਾਦਾਰ ਵੀਰ ਧਿਆਨ ਨਾਲ ਕਹਿੰਦੇ ਐ ਭਾਈ ਆਪਣੇ ਪੈਰ ਧੋ ਕੇ ਫਿਰ ਅੰਦਰ ਜਾਣਾ ਕਰੋ। ਹਰ ਸੇਵਾਦਾਰ ਵੀਰ ਧਿਆਨ ਰੱਖਦਾ ਹੈ। ਤੇ ਸਤਿਗੁਰੂ ਪਾਤਸ਼ਾਹ ਦੂਰੋਂ ਆਈਆਂ ਸੰਗਤਾਂ ਦੀ ਇਹ ਪ੍ਰੇਮ ਨਾਲ ਸੇਵਾ, ਚਰਨ ਧੋਣ ਦੀ ਸੇਵਾ ਸਤਿਗੁਰੂ ਆਪ ਪ੍ਰੇਮ ਨਾਲ ਕਰ ਰਹੇ ਹਨ। ਮਹਾਦੇਵ ਸੇਵਾ ਮਹਿ ਲਾਗੇ। ਇਹ ਨਿਮਰਤਾ ਸਤਿਗੁਰੂ ਪਾਤਸ਼ਾਹ ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀ, ਜਿਹੜੇ ਜਿਨ੍ਹਾਂ ਦੇ ਬਚਨ ਪੜ੍ਹਦੇ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੁਰੇ। ਨਿਮਰਤਾ ਸੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ, ਪਰ ਜਿਹਨੂੰ ਪਤਾ ਲੱਗਦਾ ਹੈ ਉਹ ਭਾਵੇਂ ਨਹੀਂ ਇਹੋ ਜਿਹਾ ਕਾਰਜ ਕਰਨ ਦਿੰਦਾ, ਪਰ ਸਤਿਗੁਰੂ ਆਪ ਨਿਮਰਤਾ ਵਿੱਚ ਸੰਗਤਾਂ ਦੀ ਚਰਨਾਂ ਦੀ ਸੇਵਾ, ਭਾਵ ਇਸ ਢੰਗ ਦੀ ਸੇਵਾ ਕਰਨ ਵਿੱਚ ਬੜਾ ਖੁਸ਼ੀ ਮਹਿਸੂਸ ਕਰਦੇ ਸਨ। ਬਾਬਾ ਮਹਾਦੇਵ ਜੀ ਵੀ ਇਸੇ ਤਰ੍ਹਾਂ ਸੇਵਾ ਵਿੱਚ ਲੱਗੇ ਹੋਏ ਹਨ। ਵਰਤਾਵੇਂ ਬਹੁ ਅਸੰਦਰ ਸਾਲ। ਬਹੁਤ ਸੋਹਣੇ ਢੰਗ ਦੇ ਨਾਲ ਪ੍ਰਸ਼ਾਦਾ ਪਾਣੀ, ਸਵਾਦਲੇ ਪਦਾਰਥ ਜਿਹੜੇ ਸੰਗਤ ਵਿੱਚ ਵਰਤਾਏ ਜਾਂਦੇ ਆ। ਤੇ ਜਦੋਂ ਲੰਗਰ ਵਿੱਚ ਪ੍ਰਸ਼ਾਦਾ ਪਾਣੀ ਵਰਤਦਾ ਹੈ, ਅੱਜ ਵੀ ਜਦੋਂ ਸਿੱਖ ਕਿਤੇ ਵਰਤਾਉਂਦਾ ਹੈ, ਗੁਰੂ ਕੇ ਪਿਆਰ ਵਾਲੇ ਵਰਤਾਉਂਦੇ, ਥੋੜੀ ਕਿ ਕਿਸੇ ਰਿਸ਼ਤੇਦਾਰ ਨੂੰ ਛਕਾਉਂਦੇ। ਹੁਣ ਪੰਗਤ ਦੇ ਵਿੱਚ ਜਦੋਂ ਵਰਤਦਾ ਹੈ ਪ੍ਰਸ਼ਾਦਾ, ਤੇ ਇਦਾਂ ਹੀ ਸਾਰੇ ਕਹਿੰਦੇ ਨੇ ਪ੍ਰਸ਼ਾਦਾ ਵਾਹਿਗੁਰੂ ਜੀ, ਦਾਲ ਵਾਹਿਗੁਰੂ ਜੀ। ਕਿਸੇ ਰਿਸ਼ਤੇਦਾਰ ਨੂੰ ਨਹੀਂ ਛਕਾ ਰਹੇ, ਉਹ ਰੱਬ ਨੂੰ ਛਕਾ ਰਹੇ ਨੇ। ਰੱਬ ਬੈਠਾ ਹੈ, ਪਰਮਾਤਮਾ ਬੈਠਾ ਹੈ, ਵਾਹਿਗੁਰੂ ਨੂੰ ਛਕਾ ਰਹੇ ਨੇ। ਜਲ ਵਾਹਿਗੁਰੂ ਜੀ, ਦਾਲ ਵਾਹਿਗੁਰੂ ਜੀ, ਪ੍ਰਸ਼ਾਦਾ ਵਾਹਿਗੁਰੂ ਜੀ। ਇਹਦਾ ਮਤਲਬ ਪਰਮਾਤਮਾ ਨੂੰ ਸੰਗਤ ਵਿੱਚ ਵੇਖ ਕੇ, ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਉਹ ਪੰਗਤ ਵਿੱਚ ਵਰਤਾਉਂਦਿਆਂ ਹੋਇਆਂ ਵੀ ਭਾਵਨਾ ਇਹੋ ਕਿ ਮੈਂ ਰੱਬ ਦੀ ਸੇਵਾ ਕਰ ਰਿਹਾ, ਪਰਮਾਤਮਾ ਦੀ ਸੇਵਾ ਕਰ ਰਿਹਾ। ਇਹ ਸੇਵਾ ਕਰਨੀ ਗੁਰੂ ਨਾਨਕ ਦੇ ਘਰ ਨੇ ਸਾਨੂੰ ਸਾਰਿਆਂ ਨੂੰ ਸਿਖਾਈ ਹੈ। ਇਸ ਤਰ੍ਹਾਂ ਸਾਰੇ ਹੀ ਸੰਗਤ ਦੀ ਭਾਵਨਾ ਨਾਲ ਸੇਵਾ ਕਰ ਰਹੇ ਹਨ ਜੀ। ਮੋਹਨ ਆਨੰਦ ਮੋਹਰੀ ਆਦ ਜੇ। ਤੇ ਕੇਵਲ ਹੁਣੇ ਗੁਰੂ ਕਾ ਪਰਿਵਾਰ ਜਾਣ ਕੇ ਨਹੀਂ ਕਿ ਹੁਣ ਬਾਬਾ ਮੋਹਨ ਜੀ, ਮੋਹਰੀ ਜੀ, ਬਾਬਾ ਆਨੰਦ ਜੀ ਗੁਰੂ ਪਰਿਵਾਰ ਨੇ ਤੇ ਉਹ ਵੱਖਰੇ ਜਿਹੇ ਹੋ ਕੇ ਬੈਠੇ ਰਹਿਣ, ਉਹ ਵੀ ਨਾਲ ਹੀ ਨੇ, ਉਹ ਵੀ ਸੰਗਤ ਦੀ ਸੇਵਾ ਕਰ ਰਹੇ ਨੇ ਸਾਰੇ। ਸਭ ਸੰਗਤ ਕੀ ਸੇਵ ਕਰੰਤ। ਸੰਗਤਾਂ ਆਈਆਂ ਨੇ ਦੇਸ਼ ਵਿਦੇਸ਼ ਤੋਂ। ਗੁਰੂ ਅਮਰਦਾਸ ਜੀ ਦਾ ਪਰਿਵਾਰ, ਸਤਿਗੁਰੂ ਗੁਰੂ ਅਰਜਨ ਸਾਹਿਬ ਖੁਦ ਆਪ, ਬਾਬਾ ਮਹਾਦੇਵ ਜੀ, ਬਾਬਾ ਮੋਹਰੀ, ਬਾਬਾ ਆਨੰਦ ਜੀ, ਬਾਬਾ ਮੋਹਨ ਜੀ, ਬਾਬਾ ਸੰਸਰਾਮ ਜੀ, ਬਾਬਾ ਸੁੰਦਰ ਜੀ, ਸਾਰੇ ਹੀ ਸੰਗਤਾਂ ਦੀ ਸੇਵਾ ਬੜੀ ਭਾਵਨਾ ਨਾਲ ਕਰ ਰਹੇ ਹਨ। ਸ਼੍ਰੀ ਗੁਰ ਅਮਰਦਾਸ ਕੋ ਮਖ ਹੈ। ਕਿ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਮਹਾਨ ਯੱਗ, ਭਾਵ ਇਹ ਜੋੜ ਮੇਲਾ ਹੈ ਸਤਿਗੁਰੂ ਅਮਰਦਾਸ ਪਾਤਸ਼ਾਹ ਦੀ ਯਾਦ ਵਿੱਚ। ਅੱਜ ਵੀ ਪੂਰਨਮਾਸ਼ੀ ਤੇ ਵੱਡੇ ਜੋੜ ਮੇਲੇ ਉਹ ਪਾਵਨ ਗੋਇੰਦਵਾਲ ਸਾਹਿਬ ਦੇ ਸੁੰਦਰ ਸਥਾਨਾਂ ਤੇ ਹੁੰਦੇ ਨੇ। ਸੰਗਤਾਂ ਅੱਜ ਵੀ ਉਹਨਾਂ ਸਥਾਨਾਂ ਤੇ ਹਾਜ਼ਰੀਆਂ ਭਰਦੀਆਂ ਨੇ
ਤੇ ਇਸ ਤਰੀਕੇ ਨਾਲ ਸਾਰੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਰਹਿਮਤ ਲੈਣ ਵਾਸਤੇ ਸਾਰੇ ਰਲ ਕੇ ਪ੍ਰੇਮ ਨਾਲ ਵੱਧ ਚੜ ਕੇ ਸੇਵਾ ਕਰਦੇ ਹਨ। ਇਮ ਕਹਿ ਸਗਰੇ ਟਹਿਲ ਚਹੰਤ। ਗੁਰੂ ਅਮਰਦਾਸ ਪਾਤਸ਼ਾਹ ਦੀ ਰਹਿਮਤ ਲੈਣੀ ਹੈ, ਬਖਸ਼ਿਸ਼ ਲੈਣੀ ਹੈ, ਤੇ ਆਓ ਸੇਵਾ ਕਰੀਏ। ਗੁਰੂ ਅਮਰਦਾਸ ਪਾਤਸ਼ਾਹ ਰਹਿਮਤ ਕਰਨਗੇ, ਬਖਸ਼ਿਸ਼ ਕਰਨਗੇ। ਇਦਾਂ ਕਹਿ ਕੇ ਸਾਰੇ ਹੀ ਪ੍ਰੇਮ ਨਾਲ ਸੇਵਾ ਕਰ ਰਹੇ ਹਨ ਜੀ। ਕੇਤਕ ਅਚਤ ਕਿਤਕ ਵਰਤਾਵਤ। ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਇਹ ਪਾਵਨ ਸੁੰਦਰ ਪਵਿੱਤਰ ਬਚਨ ਹੈ ਬਾਣੀ ਦੇ ਅੰਦਰ ਕਿ ਜਿਹੜਾ ਗੁਰੂ ਕੇ ਪ੍ਰੇਮ ਭਾਵਨਾ ਵਿੱਚ ਟੇਕੇ ਹਸਤੀ ਸਿਰ ਜੋ ਅੰਕਸ ਹੈ ਐਰਨ ਜਿਉ ਸਿਰ ਦੇ ਮਨ ਤਨ ਆਗੈ ਰਾਖ ਕੈ ਉਭੀ ਸੇਵ ਕਰੇ ਇਉ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ। ਜਿਹੜਾ ਪ੍ਰੇਮ ਭਾਵਨਾ ਨਾਲ ਮਨ ਤਨ ਸਮਰਪਿਤ ਕਰਕੇ ਗੁਰੂ ਚਰਨਾਂ ਵਿੱਚ ਸੇਵਾ ਕਰਦਾ ਹੈ ਤੇ ਜਿਹੜਾ ਆਪਣਾ ਭਾਵ ਸਮਰਪਿਤ ਕਰਕੇ ਗੁਰੂ ਚਰਨਾਂ ਵਿੱਚ ਸੇਵਾ ਕਰੇ, ਫਿਰ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ। ਉਹਨੂੰ ਤੇ ਸਾਰੀ ਸ੍ਰਿਸ਼ਟੀ ਦਾ ਰਾਜ ਭਾਗ ਪ੍ਰਾਪਤ ਹੋ ਜਾਂਦਾ। ਜਦੋਂ ਭਾਈ ਜੇਠਾ ਜੀ ਸੇਵਾ ਕਰਦੇ ਸਨ ਤੇ ਭਾਈ ਬੱਲੂ ਜੀ ਨਾਮ ਦੇ ਸਿੱਖ ਨੂੰ ਇੱਕ ਦਿਨ ਗੁਰੂ ਅਮਰਦਾਸ ਜੀ ਨੇ ਪੁੱਛਿਆ ਸੀ, ਕੀ ਗੱਲ ਭਾਈ ਜੇਠਾ ਜੀ ਨਜ਼ਰ ਨਹੀਂ ਆਉਂਦੇ? ਮਹਾਂਕਵੀ ਸੰਤੋਖ ਸਿੰਘ ਜੀ ਨੇ ਸਾਰੀ ਵਾਰਤਾ ਲਿਖੀ ਹੈ। ਤੇ ਭਾਈ ਬੱਲੂ ਜੀ ਕਹਿੰਦੇ ਸਤਿਗੁਰੂ ਤੁਹਾਨੂੰ ਕਿਵੇਂ ਮਿਲਣ? ਭਾਈ ਜੇਠਾ ਜੀ ਸਵੇਰ ਤੋਂ ਉੱਠ ਕੇ ਇਸ਼ਨਾਨ ਪਾਣੀ ਕਰਕੇ ਬਾਣੀ ਪੜ੍ਹ ਕੇ ਸੰਗਤ ਦੀ ਸੇਵਾ ਵਿੱਚ ਜੁੜ ਜਾਂਦੇ ਨੇ, ਲੰਗਰ ਤਿਆਰ ਕਰਦੇ ਨੇ, ਦੇਗ ਤਿਆਰ ਹੁੰਦੀ ਹੈ, ਸੰਗਤਾਂ ਨੂੰ ਫਿਰ ਛਕਾਉਂਦੇ ਨੇ, ਨਾਲ ਬਾਣੀ ਪੜ੍ਹ ਕੇ ਸੁਣਾਉਂਦੇ ਨੇ। ਸੰਗਤਾਂ ਆਰਾਮ ਕਰਦੀਆਂ ਨੇ, ਮੁੱਠੀ ਚਾਪੀ ਕਰਦੇ ਨੇ, ਹੱਥ ਵਿੱਚ ਪੱਖਾ ਲੈ ਕਰਕੇ ਫੇਰਦੇ ਨੇ, ਦੇਗ ਤਿਆਰ ਕਰਦੇ। ਆਹਾਰਾ ਸੰਗਤ ਕੋ ਬਿਠਾਏ ਇੱਕ ਸਾਰਾ ਸ਼ੀਤਲ ਜਲ ਕੋ ਭਰ ਲਿਆਵੇਂ ਬੂਝ ਬੂਝ ਸੰਗਤ ਕੋ ਪਿਆਵੇਂ ਕਰ ਮੈਂ ਗਹੇ ਬੀਜ ਨਾ ਫੇਰ। ਹੱਥ ਵਿੱਚ ਪੱਖਾ ਫੜ ਕੇ ਵਾਯੂ ਕਰਤ ਉਸਨ ਬਹੁਹੇਰ ਇਦਾਂ ਸੰਗਤਾਂ ਦੀ ਸੇਵਾ ਕਰਦੇ ਨੇ। ਤੇ ਜਦੋਂ ਇੰਨੀ ਗੱਲ ਸੁਣੀ, ਇੰਨੀ ਸੇਵਾ ਸੰਗਤ ਦੀ ਕਰਦੇ ਨੇ, ਤੇ ਗੁਰੂ ਅਮਰਦਾਸ ਪਾਤਸ਼ਾਹ ਬਚਨ ਕਰਦੇ ਜਿਨ ਸੰਗਤ ਕੀ ਇਮ ਸੇਵਾ ਕਰੀ ਹਮਰੇ ਹਿਤ ਇਮ ਪ੍ਰੀਤੀ ਧਰੀ। ਜਿਨ੍ਹਾਂ ਸੰਗਤ ਦੀ ਇਦਾਂ ਨੇਮ ਤੇ ਪ੍ਰੇਮ ਨਾਲ ਸੇਵਾ ਕਰਕੇ ਸਾਡੇ ਨਾਲ ਪਿਆਰ ਪਾ ਲਿਆ। ਜਿਹੜਾ ਸੰਗਤ ਦੀ ਸੇਵਾ ਕਰਦਾ ਹੈ ਉਹ ਸਾਡਾ ਪਿਆਰਾ ਬਣ ਜਾਂਦਾ ਹੈ। ਤੇ ਜਿਨ ਸੰਗਤ ਕੀ ਇਮ ਸੇਵਾ ਕਰੀ ਹਮਰੇ ਹਿਤ ਇਮ ਪ੍ਰੀਤੀ ਧਰੀ। ਤੇ ਫਿਰ ਅੱਗੋਂ ਕਹਿੰਦੇ ਫਿਰ ਦੁਰਲਭ ਪਦਾਰਥ ਹੋਏ ਨਾ ਕੋਏ ਨੌ ਨਿਧ ਸਿੱਧ ਪਾਏ ਹੈ ਸੋਏ। ਨੌ ਨਿਧੀਆਂ ਰਿੱਧੀਆਂ ਸਿੱਧੀਆਂ ਉਹਨੂੰ ਮਿਲਦੀਆਂ ਨੇ। ਉਹਦੇ ਘਰ ਵਿੱਚ ਕੋਈ ਦੁਰਲਭ ਪਦਾਰਥ ਨਹੀਂ ਰਹਿੰਦਾ ਜਿਹੜਾ ਸੰਗਤ ਦੀ ਨੇਮ ਨਾਲ ਸੇਵਾ ਕਰਦਾ। ਅੱਜ ਵੀ ਵੱਡੀਆਂ ਵੱਡੀਆਂ ਕੋਠੀਆਂ ਵਾਲੇ, ਕਾਰਾਂ ਵਾਲੇ ਆ ਗੁਰੂ ਚਰਨਾਂ ਵਿੱਚ ਆਉਂਦੇ ਨੇ। ਕੋਈ ਝੂਠੇ ਭਾਂਡੇ ਚੁੱਕ ਰਿਹਾ ਹੈ, ਸੇਵਾ ਕਰ ਰਿਹਾ ਹੈ, ਮਾਂਜਣ ਦੀ ਸੇਵਾ, ਧੋਣ ਦੀ ਸੇਵਾ, ਕੋਈ ਜੋੜਿਆਂ ਦੀ ਪਾਲਸ਼ ਦੀ ਸੇਵਾ, ਕੋਈ ਤੱਪੜ ਝਾੜਨ ਦੀ, ਜਲ ਨਾਲ ਇਸ਼ਨਾਨ ਕਰਾਉਣ ਦੀ, ਅਨੇਕਾਂ ਸੇਵਾਵਾਂ ਕਰਦੇ ਨੇ। ਕੋਈ ਝਾੜੂ ਲਾ ਰਿਹਾ ਹੈ, ਪੋਚਾ ਲਾ ਰਿਹਾ ਹੈ। ਤੇ ਜੇ ਉਹਨਾਂ ਨੂੰ ਪੁੱਛੀਏ ਭਾਈ ਕਿਉਂ, ਕਹਿੰਦੇ ਸਾਡੇ ਘਰ ਦੇ ਵਿੱਚ ਜਿੱਥੇ 2 ਡੰਗ ਦੇ ਪ੍ਰਸ਼ਾਦੇ ਵੀ ਅੱਜ ਪੱਕਦੇ ਐ, ਇਹ ਗੁਰੂ ਘਰ ਦੀ ਕੀਤੀ ਸੇਵਾ ਦੀ ਬਖਸ਼ਿਸ਼ ਹੈ ਕਿ ਅੱਜ ਸਾਡੇ ਘਰ ਵਿੱਚ ਲਹਿਰਾਂ ਬਹਿਰਾਂ ਨੇ। ਤੇ ਜੋ ਕੁਝ ਗੁਰੂ ਘਰ ਤੋਂ ਮਿਲਿਆ ਹੈ ਅੱਜ ਸ਼ੁਕਰਾਨੇ ਵਜੋਂ ਇਸੇ ਕਰਕੇ ਸੇਵਾ ਕਰਨ ਵਾਸਤੇ ਖਾਲੀ ਝੋਲੀਆਂ ਲੈ ਕੇ ਆਉਂਦੇ ਹਾਂ। ਤੇ ਇਸ ਦਰ ਤੋਂ ਝੋਲੀਆਂ ਭਰ ਕੇ ਅਸੀਂ ਫੇਰ ਚਲੇ ਜਾਂਦੇ ਹਾਂ, ਝੋਲੀਆਂ ਭਰਾਉਣ ਵਾਸਤੇ ਆਉਂਦੇ ਹਾਂ। ਕਿਉਂਕਿ ਜਿਹੜਾ ਸੇਵਾ ਕਰਦਾ ਹੈ ਨਾ, ਸੱਚ ਜਾਣਿਓ ਫਿਰ ਉਹਨੂੰ ਕਿਸੇ ਪ੍ਰਕਾਰ ਦੀ ਤੋਟ ਨਹੀਂ ਜੇ ਰਹਿ ਜਾਂਦੀ। ਪੰਜਵੇਂ ਪਾਤਸ਼ਾਹ ਦੇ ਆਪਣੇ ਬਚਨ ਨੇ, ਕਹਿੰਦੇ ਜਿਹੜੀ ਸੇਵਾ ਹੈ ਪਾਛੰ ਕਰੋਤ ਅਗਰਣੀਵੈ ਨਿਰਾਸੰਗ ਆਸ ਪੂਰਨੈ ਨਿਰਤਨੰ ਭਯੰ ਤਨਵੰਤੈ ਰੋਗੀਆਂ ਰੋਗ ਖੰਡਣੈ ਪਾਰ ਬ੍ਰਹਮ ਪੁਰਖ ਦਾ ਤਾਰੈ ਨਾਨਕ ਗੁਰ ਸੇਵਾ ਕਹਿ ਨਾ ਲੱਭੇ। ਤੇ ਕਿਹੜੀ ਚੀਜ਼ ਹੈ ਜਿਹੜੀ ਪਰਮੇਸ਼ਰ ਦੀ ਸੇਵਾ ਵਿੱਚੋਂ ਨਹੀਂ ਲੱਭਦੀ ਹੈ? ਤੇ ਜਿਹਨੂੰ ਸੇਵਾ ਦੀ ਵਡਿਆਈ ਪਤਾ ਹੈ, ਕਿਸੇ ਪਾਸੇ ਤੋਂ ਹਰ ਪਾਸੇ ਤੋਂ ਬੰਦਾ ਨਿਰਾਸ਼ ਪਰੇਸ਼ਾਨ, ਕੋਈ ਓਟ ਆਸਰਾ ਨਾ ਮਿਲਿਆ ਹੋਵੇ, ਤੇ ਜਦੋਂ ਸੰਗਤ ਦੀ ਸੇਵਾ ਕਰਨ ਲੱਗ ਪਵੇ ਫਿਰ ਗੁਰੂ ਘਰ ਦੀ ਸੇਵਾ ਕੀਤੀ ਨਿਫਲ ਨਹੀਂ ਜਾਂਦੀ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਜੇ ਚਿੱਤ ਲਾ ਕੇ ਕੋਈ ਕਰੇ ਤੇ ਸਹੀ, ਉਹਨੂੰ ਮਨ ਚਿੰਦੇ ਫਲ ਪ੍ਰਾਪਤ ਹੋ ਜਾਂਦੇ। ਇਸ ਕਰਕੇ ਸਾਰੇ ਹੀ ਪ੍ਰੇਮ ਨਾਲ ਸੰਗਤ ਦੀ ਸੇਵਾ ਕਰ ਰਹੇ ਹਨ। ਕੇਤਕ ਜਲ ਕੋ ਦੇਤ ਪਵੰਤ। ਕੋਈ ਲੰਗਰ ਛਕਾਉਣ ਦੀ ਸੇਵਾ ਕਰ ਰਿਹਾ ਹੈ, ਕੋਈ ਜਲ ਛਕਾਉਣ ਦੀ ਸੇਵਾ ਕਰ ਰਿਹਾ ਹੈ, ਕੋਈ ਜਲ ਛਕ ਰਿਹਾ ਹੈ, ਕੋਈ ਪ੍ਰਸ਼ਾਦਾ ਛਕ ਰਿਹਾ ਹੈ। ਲੋਕ ਹਜ਼ਾਰੋਂ ਮੇਲ ਭਇਓ ਵੱਡ। ਇਸ ਤਰ੍ਹਾਂ ਹਜ਼ਾਰਾਂ ਦੇ ਹਿਸਾਬ ਨਾਲ ਗੋਇੰਦਵਾਲ ਸਾਹਿਬ ਪੂਰਨਮਾਸ਼ੀ ਦੇ ਜੋੜ ਮੇਲੇ ਤੇ ਵੱਡਾ ਸੰਗਤਾਂ ਦਾ ਇਕੱਠ ਹੋਇਆ ਹੈ। ਅਦਕ ਕੋਲਾਹਲ ਸੁਨੇ ਸ਼ੁਭੰਤ। ਫਿਰ ਜਿਹੜੇ ਜੋੜ ਮੇਲੇ ਵਿੱਚ ਹੁਣ ਜਿਹੜਾ ਸ਼ੋਰ ਹੈ, ਜਿਹੜੀਆਂ ਆਵਾਜ਼ਾਂ ਨੇ, ਉਹ ਆਵਾਜ਼ਾਂ ਅੱਜ ਕੱਲ੍ਹ ਵਰਗਾ ਸ਼ੋਰ ਸ਼ਰਾਬਾ ਨਹੀਂ ਕਿ ਨਕਲੀ ਜੇ ਡੀਜੇ ਲਾ ਕਰਕੇ ਇੱਧਰ ਉੱਧਰ ਦੇ ਗਾਣੇ ਵਜਾਏ ਜਾਂਦੇ ਹੋਣ ਜਾਂ ਸ਼ੋਰ ਸ਼ਰਾਬਾ।
ਉੱਥੇ ਸ਼ੋਰ ਵੀ ਹੈ ਤੇ ਮੁਖ ਚੋਂ ਆਵਾਜ਼ ਨਿਕਲਦੀ ਹੈ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ। ਉੱਥੇ ਮੁਖ ਚੋਂ ਬਚਨ ਨਿਕਲਦਾ ਹੈ, ਸਤਨਾਮ ਸਤਨਾਮ, ਸ੍ਰੀ ਵਾਹਿਗੁਰੂ ਦੇ ਮੁਖ ਚੋਂ ਬਚਨ ਨਿਕਲ ਰਹੇ ਨੇ। ਉੱਥੇ ਗੁਰੂ ਗੁਰੂ ਸੰਗਤਾਂ ਜਪ ਰਹੀਆਂ ਨੇ, ਗੁਰੂ ਗੁਰੂ ਦੀ ਧੁਨ ਪ੍ਰਗਟ ਹੋ ਰਹੀ ਹੈ, ਵਾਹ ਵਾਹ ਦੀ ਧੁਨ ਪ੍ਰਗਟ ਹੋ ਰਹੀ ਹੈ। ਸੌਂਦੇ ਵਾਹ ਵਾਹ ਉਚਰੇ, ਉੱਠਦੇ ਭੀ ਵਾਹ ਕਰੇਨ, ਐਸੀ ਅਵਸਥਾ ਹੈ। ਉੱਥੇ ਜਿਹੜਾ ਸ਼ੋਰ ਹੈ ਉਹ ਅੱਜ ਕੱਲ੍ਹ ਵਰਗਾ ਸ਼ੋਰ ਨਹੀਂ। ਉੱਥੇ ਜਿਹੜਾ ਬੋਲ ਬਾਲਾ ਵੀ ਹੈ, ਉੱਥੇ ਵੀ ਸ਼ਬਦ ਪੜ੍ਹ ਰਹੀਆਂ ਨੇ, ਗੁਰੂ ਗੁਰੂ ਜਪ ਰਹੀਆਂ ਨੇ, ਗੁਰੂ ਦੇ ਜਕਾਰੇ ਸਾਰੇ ਪਾਸੇ ਗੂੰਜ ਰਹੇ ਹਨ। ਭਾਉ ਭਗਤ ਬਹੁ ਸੰਗਤ ਪੰਗਤ। ਇਸੇ ਤਰ੍ਹਾਂ ਪ੍ਰੇਮਾ ਭਾਵਨਾ ਸਾਰੇ ਪਾਸੇ ਵੇਖਣ ਵਿੱਚ ਨਜ਼ਰ ਆ ਰਹੀ, ਸੰਗਤਾਂ ਦੇ ਵਿੱਚ, ਪੰਗਤ ਦੇ ਵਿੱਚ, ਹਰ ਪਾਸੇ ਪ੍ਰੇਮਾ ਭਗਤੀ ਨਾਲ ਜਿਹੜੇ ਜਿਹੜੇ ਸੇਵਾ ਕਰਦੇ ਹਨ। ਮੰਗਤ ਜੋ ਪੁਰਵਤ ਅਬਲਾਖ। ਤੇ ਦਾਤਾ ਜੀ ਆਪ ਗੁਰੂ ਅਮਰਦਾਸ ਜੀ ਰਹਿਮਤਾਂ ਵਰਸਾ ਰਹੇ ਨੇ। ਧੰਨ ਗੁਰੂ ਅਰਜਨ ਸਾਹਿਬ ਪ੍ਰਤੱਖ ਤੌਰ ਤੇ ਵਿੱਚ ਵਰਤ ਰਹੇ ਨੇ ਤੇ ਉਹ ਸੰਗਤ ਪੰਗਤ ਦੇ ਵਿੱਚ ਬੈਠੀ ਹੋਈ ਪ੍ਰੇਮਾ ਭਾਵਨਾ ਨਾਲ ਸੰਗਤ ਜਿਹੜੀ ਜੁੜੀ ਹੈ, ਜੋ ਮੰਗਦੀ ਹੈ ਮਨ ਇੱਛੇ ਪਦਾਰਥ ਉਹਨਾਂ ਨੂੰ ਉੱਥੋਂ ਪ੍ਰਾਪਤ ਹੋ ਰਹੇ ਨੇ। ਇਹ ਗੁਰੂ ਕੀ ਸੇਵਾ ਵਿੱਚੋਂ ਰਹਿਮਤਾਂ ਮਿਲ ਰਹੀਆਂ ਹਨ। ਬੜ ਉਤਸਵ ਕਰ ਪੂਰਨਮਾਸ਼ੀ। ਇਸ ਤਰ੍ਹਾਂ ਵੱਡਾ ਉਤਸਵ ਜਿਹੜਾ ਜੋੜ ਮੇਲਾ ਪੂਰਨਮਾਸ਼ੀ ਦਾ, ਬਹੁਤ ਸੰਗਤਾਂ ਜੁੜੀਆਂ ਹਨ। ਹਸਨ ਖਵਾਏ ਖਾਏ ਕਰ ਕਾਂਖ। ਬੜੇ ਪ੍ਰੇਮ ਭਾਵਨਾ ਨਾਲ ਜਿਹੋ ਜਿਹੋ ਜੀ ਦੀ ਇੱਛਾ ਸੀ ਉਸ ਭਾਵਨਾ ਅਨੁਸਾਰ ਸੁੰਦਰ ਢੰਗ ਨਾਲ ਲੰਗਰ ਪ੍ਰਸ਼ਾਦਾ ਛਕਾ ਕੇ ਸਾਰਿਆਂ ਨੂੰ ਸੁੰਦਰ ਢੰਗ ਨਾਲ ਸੇਵਾ ਕਰਕੇ ਤ੍ਰਿਪਤ ਕੀਤਾ ਜਾਂਦਾ ਹੈ। ਭਇਓ ਪ੍ਰਮੋਦ ਸਭਨ ਕੇ ਮਾਹੀ। ਸਾਰਿਆਂ ਦੇ ਹਿਰਦੇ ਦੇ ਅੰਦਰ ਇਸ ਜੋੜ ਮੇਲੇ ਵਿੱਚ ਪਹੁੰਚਣ ਕਰਕੇ ਬੜਾ ਉਤਸ਼ਾਹ ਵੀ ਹੈ, ਬੜੀਆਂ ਖੁਸ਼ੀਆਂ ਮਨ ਦੇ ਵਿੱਚ ਹਨ। ਤੇ ਸਾਰੀਆਂ ਸੰਗਤਾਂ ਇਸ ਤਰੀਕੇ ਨਾਲ ਜੋੜ ਮੇਲੇ ਵਿੱਚ ਇਦਾਂ ਗੱਲਾਂ ਕਰਦੀਆਂ ਹਨ। ਗੁਰੂ ਅਮਰ ਕੇ ਜਸ ਕੋ ਭਾਖ। ਇਹ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਤੇਰੀਆਂ ਵਡਿਆਈਆਂ ਨੇ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੇ। ਗੁਰੂ ਅਮਰਦਾਸ ਜੀ ਦੀਆਂ ਇਦਾਂ ਸਾਰੀ ਸੰਗਤ ਸਿਫਤ ਕਰਦੀ ਹੈ। ਕਰ ਗੁਰ ਦਰਸ਼ਨ ਹਰਕਤ ਹੋਵੇ। ਇਸ ਢੰਗ ਨਾਲ ਜੋੜ ਮੇਲੇ ਵਿੱਚ ਪਹੁੰਚੀ ਸੰਗਤ ਇਹੀ ਭਾਵਨਾ ਹੈ ਕਿ ਇਹ ਤੇ ਗੁਰੂ ਅਮਰਦਾਸ ਪਾਤਸ਼ਾਹ ਦੇ ਪ੍ਰਤੱਖ ਦਰਸ਼ਨ। ਇਹ ਭਾਵਨਾ ਕਿ ਗੁਰੂ ਅਮਰਦਾਸ ਜੀ ਤੇ ਸੰਗਤ ਰਾਹੀਂ, ਇਹਨਾਂ ਜੋੜ ਮੇਲਿਆਂ ਰਾਹੀਂ ਬਖਸ਼ਿਸ਼ਾਂ ਕਰ ਰਹੇ ਨੇ। ਇਹ ਜੋੜ ਮੇਲੇ ਗੁਰੂ ਅਮਰਦਾਸ ਮਹਾਰਾਜ ਵੇਲੇ ਹੀ ਮਨਾਉਣ ਦੀ ਪਰੰਪਰਾ ਸ਼ੁਰੂ ਹੋਈ, ਜਿਵੇਂ ਪੂਰਨਮਾਸ਼ੀ ਦਾ ਜੋੜ ਮੇਲਾ। ਇਸੇ ਤਰ੍ਹਾਂ ਵਿਸਾਖੀ ਦੇ ਜੋੜ ਮੇਲੇ ਵੀ ਜੇ ਸ਼ੁਰੂ ਹੋਏ ਹੈ, ਇਹ ਵੀ ਗੁਰੂ ਅਮਰਦਾਸ ਪਾਤਸ਼ਾਹ ਨੇ ਭਾਈ ਪਾਰੋ ਜੁਲਕਾ ਜੀ ਦੀ ਬੇਨਤੀ ਤੇ ਹੀ ਆਰੰਭ ਕਰਵਾਏ ਸੋ ਵੱਡੇ ਪੱਧਰ ਤੇ ਸੰਗਤ ਅੱਜ ਵੀ ਪੂਰਨਮਾਸ਼ੀ ਦੇ ਜੋੜ ਮੇਲਿਆਂ ਤੇ ਗੋਇੰਦਵਾਲ ਸਾਹਿਬ ਵੱਡੇ ਪੱਧਰ ਤੇ ਜੁੜਦੀ ਹੈ। ਪਾਵਨ ਬੌਲੀ ਸਾਹਿਬ 'ਚ ਇਸ਼ਨਾਨ ਕਰਦੀ ਹੈ। ਦੀਵਾਨ ਹਾਲ ਦੇ ਵਿੱਚ ਹਾਜ਼ਰੀ ਭਰ ਕੇ ਗੁਰੂ ਕਾ ਇਤਿਹਾਸ, ਗੁਰੂ ਕੀ ਬਾਣੀ ਬੜੇ ਭਾਵਨਾ ਨਾਲ ਸੁਣਦੀ ਹੈ। ਇਸ ਤਰ੍ਹਾਂ ਸੰਗਤਾਂ ਜਦੋਂ ਆਈਆਂ ਸਾਰਿਆਂ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ ਹਨ। ਬਹੁ ਨਰ ਮਿਲੇ ਭਾਉ ਚਿਤ ਰਾਖ। ਸਤਿਗੁਰਾਂ ਦੇ ਦਰਸ਼ਨ ਕਰਕੇ ਪ੍ਰੇਮ ਭਾਵਨਾ ਦੇ ਨਾਲ ਸਾਰੀਆਂ ਸੰਗਤਾਂ ਗੁਰੂ ਚਰਨਾਂ ਵਿੱਚ ਨਤਮਸਤਕ ਹੋ ਕੇ ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਦੀਆਂ ਹਨ। ਇਮ ਪੂਰਨਮਾਸ਼ੀ ਕੋ ਮੇਲਾ। ਇਸ ਤਰੀਕੇ ਨਾਲ ਸਾਧ ਸੰਗਤ ਜੀ ਵੱਡਾ ਜੋੜ ਮੇਲਾ ਪੂਰਨਮਾਸ਼ੀ ਦਾ ਗੋਇੰਦਵਾਲ ਸਾਹਿਬ ਦਾ ਹੋਇਆ। ਗੁਰ ਦਰਸ਼ਨ ਕਰ ਨਰ ਸਮੁਦਾਏ। ਦੇਸ਼ ਵਿਦੇਸ਼ ਤੋਂ ਸੰਗਤਾਂ ਨੇ ਆ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ ਹਨ। ਆਜ ਦਿਵਸ ਮੈਂ ਗੁਰੂ ਅਮਰ ਕੋ। ਕਹਿੰਦੇ ਅੱਜ ਤੱਕ ਸੰਗਤਾਂ ਦੇ ਮਨ ਵਿੱਚ ਇਹ ਭਾਵਨਾ ਹੈ ਕਿ ਗੁਰੂ ਅਮਰਦਾਸ ਪਾਤਸ਼ਾਹ ਵਿੱਚ ਸੰਗਤ ਵਿੱਚ ਆਪ ਵਰਤ ਕੇ ਰਹਿਮਤਾਂ ਕਰਦੇ ਤੇ ਅੱਜ ਵੀ ਸੰਗਤਾਂ ਉਹਨਾਂ ਜੋੜ ਮੇਲਿਆਂ ਤੇ ਜਦੋਂ ਪਹੁੰਚਦੀਆਂ ਨੇ ਤੇ ਇਹ ਭਾਵਨਾ ਹੈ ਕਿ ਗੁਰੂ ਅਮਰਦਾਸ ਪਾਤਸ਼ਾਹ ਦੀ ਖੁਸ਼ੀ ਲੈਣ ਵਾਸਤੇ ਚੱਲੇ ਆ। ਦੇਖਨ ਕੇ ਫਲ ਕੋ ਨਰ ਪਾਏ। ਜਿਹੜਾ ਫਲ ਗੁਰੂ ਅਮਰਦਾਸ ਪਾਤਸ਼ਾਹ ਦੇ ਦਰਸ਼ਨ ਕਰਕੇ ਪ੍ਰਾਪਤ ਹੁੰਦਾ ਹੈ ਨਾ ਸਾਧ ਸੰਗਤ, ਕਿ ਜਿਹੜਾ ਜੀਵਨ ਹੈ ਸਫਲ ਹੋ ਜਾਂਦਾ ਹੈ। ਅਸਲ ਵਿੱਚ ਅੱਖਾਂ ਉਹਦੀਆਂ ਹੀ ਸਫਲ ਨੇ ਜਿਹੜੇ ਗੁਰੂ ਅਮਰਦਾਸ ਪਾਤਸ਼ਾਹ ਦੇ ਦਰਸ਼ਨ ਕਰ ਲਏ। ਜੀਵਨ ਉਹਦਾ ਸਫਲ ਹੈ ਜਿਹਨੇ ਗੁਰੂ ਕੇ ਦਰਸ਼ਨ ਕਰ ਲਏ। ਤੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਦੇ ਦਰਸ਼ਨ ਕਰਨ ਦਾ ਜੋ ਫਲ ਪ੍ਰਾਪਤ ਹੁੰਦਾ ਹੈ, ਜਿਹੜਾ ਇੱਕ ਵਾਰ ਦਰਸ਼ਨ ਕਰ ਲੈ ਮੁਕਤ ਹੋ ਜਾਂਦਾ ਹੈ, ਇਹ ਭਾਵਨਾ ਲੈ ਕੇ ਕਿ ਇਹ ਜੋੜ ਮੇਲੇ 'ਚ ਜਾਵਾਂਗੇ
ਤੇ ਗੁਰੂ ਅਮਰਦਾਸ ਪਾਤਸ਼ਾਹ ਦੇ ਦਰਸ਼ਨਾਂ ਦਾ ਫਲ ਪ੍ਰਾਪਤ ਹੋਏਗਾ। ਇਸ ਤਰ੍ਹਾਂ ਸੰਗਤਾਂ ਭਾਵਨਾ ਲੈ ਕੇ ਜੁੜਦੀਆਂ ਹਨ। ਸਭ ਸੰਗਤ ਮੈਂ ਆਏ ਪ੍ਰਵੇਸ਼ਤ। ਸਾਰੀਆਂ ਸੰਗਤਾਂ ਇਸ ਤਰ੍ਹਾਂ ਕਹਿੰਦੀਆਂ ਨੇ ਕਿ ਗੁਰੂ ਅਮਰਦਾਸ ਜੀ ਸੰਗਤ ਵਿੱਚ ਆ ਕੇ ਪ੍ਰਵੇਸ਼ ਕਰ ਜਾਂਦੇ ਨੇ। ਆਪ ਬਖਸ਼ਿਸ਼ ਵਰਤਾਉਣ ਵਾਸਤੇ ਗੁਰੂ ਅਮਰਦਾਸ ਜੀ ਸਾਰਿਆਂ ਦੇ ਵਿੱਚ ਹੋ ਕੇ ਵਰਤਦੇ ਹਨ। ਮਹਾ ਮਹਾਤਮ ਕਹਿਓ ਨਾ ਤੇ ਜਾਏ। ਕਵੀ ਸੰਤੋਖ ਸਿੰਘ ਜੀ ਕਹਿੰਦੇ ਸੰਗਤ ਨੂੰ ਅੱਜ ਤੱਕ ਇਹ ਵਿਸ਼ਵਾਸ ਹੈ ਕਿ ਇਹ ਜਿਹੜੇ ਜੋੜ ਮੇਲੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਯਾਦ ਵਿੱਚ ਜਦੋਂ ਪੂਰਨਮਾਸ਼ੀ ਦੇ ਦਿਹਾੜੇ ਤੇ ਅਸੀਂ ਇਹਨਾਂ ਜੋੜ ਮੇਲਿਆਂ ਤੇ ਜੁੜਦੇ ਹਾਂ, ਇਹਦਾ ਵੱਡਾ ਮਹਾਤਮ ਹੈ, ਬਿਆਨ ਨਹੀਂ ਕੀਤਾ ਜਾ ਸਕਦਾ। ਕਿਉਂਕਿ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਤੋਂ ਇਹ ਰਹਿਮਤਾਂ ਚੱਲਦੀਆਂ ਆਈਆਂ। ਕਿਉਂਕਿ ਉਹਨਾਂ ਸਮੇਂ 'ਚ ਅੱਜ ਕੱਲ੍ਹ ਵਰਗੇ ਸੰਗਤ ਜੀ ਕੈਲੰਡਰ ਨਹੀਂ ਸੀ ਹੋਇਆ ਕਰ। ਚੰਦਰਮਾ ਵੱਲ ਵੇਖ ਕੇ ਹੀ ਪਤਾ ਲੱਗ ਜਾਂਦਾ ਸੀ ਇੰਨੇ ਦਿਨ ਘਟ ਗਿਆ, ਇੰਨੇ ਦਿਨ ਵੱਧ ਗਿਆ, ਇੰਨੇ ਸੁਧੀ ਤੇ ਇੰਨੀ ਵਧੀ, ਇਹ ਚੀਜ਼ਾਂ ਪਤਾ ਹੁੰਦੀਆਂ ਸੀ। ਤੇ ਇਹ ਪੂਰਨਮਾਸ਼ੀ ਹੈ, ਇਹ ਮੱਸਿਆ, ਇਹ ਚੀਜ਼ਾਂ ਚੇਤੇ ਰਹਿੰਦੀਆਂ ਸੀ। ਇਸ ਕਰਕੇ ਇਹ ਦਿਨ ਇਸ ਰੂਪ ਵਿੱਚ ਮਨਾਉਣੇ ਜਿਹੜੇ ਸੀ ਸਾਡੇ ਆਰੰਭ ਹੋਏ। ਇਹਦਾ ਭਾਵ ਇਹ ਨਹੀਂ ਕਿ ਫਲਾਣਾ ਦਿਨ ਮਹਾਨ ਹੈ ਜਾਂ ਨਹੀਂ, ਦਿਨ ਉਹੀ ਮਹਾਨ ਹੈ। ਸਾਈ ਘੜੀ ਸੁਲੱਖਣੀ ਜਿਤ ਪ੍ਰਭ ਆਵੇ ਚਿਤ, ਜਦੋਂ ਰੱਬ ਚੇਤੇ ਆਵੇ। ਤੇ ਜਦੋਂ ਜੋੜ ਮੇਲੇ ਗੁਰੂ ਦੇ ਨਾਂ ਤੇ ਸੰਗਤਾਂ ਜੁੜਦੀਆਂ ਨੇ ਤੇ ਸਿੱਖ ਵਾਸਤੇ ਜਿੱਦਣ ਗੁਰੂ ਚੇਤੇ ਆਵੇ, ਜਿਹੜੇ ਵੀ ਜੋੜ ਮੇਲੇ ਰਾਹੀਂ ਸਿੱਖ ਵਾਸਤੇ ਉਹ ਦਿਨ ਵੀ ਸ਼ੁਭ ਹੈ, ਉਹ ਮੁਹੂਰਤ ਵੀ ਭਲਾ ਹੈ। ਤੇ ਜਿਹੜੇ ਸਮੇਂ ਗੁਰੂ ਭੁੱਲ ਗਿਆ ਫਿਰ ਉਹ ਰੁੱਤ ਵੀ ਜਿਹੜੀ ਹੈ ਉਹ ਫਿਟਕਾਰਯੋਗ ਹੈ। ਜਿਤ ਦਿਨ ਵਿਸਰੈ ਪਾਰ ਬ੍ਰਹਮ ਫਿੱਟ ਭਲੇਰੀ ਰੁੱਤ, ਭਲੀ ਰੁੱਤ ਵੀ ਫਿਟਕਾਰਯੋਗ। ਇਸ ਕਰਕੇ ਉਹ ਦਿਨ ਭਾਗਾਂ ਵਾਲੇ ਨੇ ਜਿਨ੍ਹਾਂ ਰਾਹੀਂ ਗੁਰੂ ਚੇਤੇ ਆਉਂਦਾ ਹੈ ਤੇ ਗੁਰੂ ਕੀਆਂ ਸੰਗਤਾਂ ਚੇਤੇ ਇਹਨਾਂ ਦੇ ਦਰਸ਼ਨ ਆਉਂਦੇ। ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੇ ਦੁਆਰੇ ਆਇਆ। ਜਿਹੜੇ ਸਮੇਂ 'ਚ ਗੁਰੂ ਦੇ ਦੁਆਰੇ ਪਹੁੰਚ ਜਾਈਏ ਉਹ ਸਮਾਂ ਕਿੱਡਾ ਭਾਗਾਂ ਵਾਲਾ ਹੈ। ਉਹ ਸਮਾਂ ਵੀ ਸਫਲ ਹੈ, ਉਹ ਘੜੀ ਵੀ ਸਫਲ ਹੈ। ਉਹ ਸਾਈ ਘੜੀ ਸੁਲੱਖਣੀ ਜਿਤ ਪ੍ਰਭ ਆਵੇ ਚਿੱਤ ਵਾਲੀ ਅਵਸਥਾ ਬਣ ਜਾਂਦੀ ਹੈ। ਗੁਰ ਜਸ ਕੋ ਇਮ ਉਚਰਤ ਗਮਨੇ। ਇਸ ਤਰ੍ਹਾਂ ਗੁਰੂ ਦੀਆਂ ਸਿਫਤਾਂ, ਗੁਰੂ ਅਮਰਦਾਸ ਪਾਤਸ਼ਾਹ ਦੇ ਪਰਉਪਕਾਰ, ਗੁਰੂ ਨਾਨਕ ਦੇ ਘਰ ਦੀਆਂ ਵਡਿਆਈਆਂ, ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀਆਂ ਰਹਿਮਤਾਂ ਸਾਰੇ ਚੇਤੇ ਕਰਦੇ ਗੁਰੂ ਗੁਰੂ ਜਪਦੇ ਸੰਗਤਾਂ ਇਸ ਤਰ੍ਹਾਂ ਵਿਦਾ ਹੁੰਦੀਆਂ ਹਨ। ਆਪੋ ਆਪਣੇ ਸਦਨ ਸਦਾਏ। ਫਿਰ ਆਪੋ ਆਪਣੇ ਪਿੰਡਾਂ ਥਾਵਾਂ ਤੇ ਜਿੱਥੇ ਜਿੱਥੇ ਘਰ ਸੀ ਸੰਗਤਾਂ ਦੇ, ਗੁਰੂ ਸਾਹਿਬ ਤੋਂ ਅਸੀਸਾਂ ਲੈ ਕੇ, ਖੁਸ਼ੀਆਂ ਲੈ ਕੇ, ਝੋਲੀਆਂ ਭਰਵਾ ਕੇ ਸੰਗਤਾਂ ਫਿਰ ਵਿਦਾ ਹੁੰਦੀਆਂ ਹਨ। ਦੋਹਰਾ ਮੇਲਾ ਭਇਓ ਸੋ ਵਿਛਰਗਾ ਸ਼੍ਰੀ ਅਰਜਨ ਕਰ ਬਾਸ। ਇਸ ਤਰ੍ਹਾਂ ਜੋੜ ਮੇਲਾ ਵੱਡਾ ਹੋਇਆ। ਸੰਗਤਾਂ ਜਿਹੜੀਆਂ ਆਈਆਂ ਸੀ ਦੇਸ਼ ਵਿਦੇਸ਼ ਤੋਂ ਆਪੋ ਆਪਣੇ ਘਰਾਂ 'ਚ ਚਲੇ ਗਈਆਂ। ਜੋੜ ਮੇਲਾ ਸੀ, ਸੋ ਇਹ ਵੱਡਾ ਮੇਲ ਵਿਛੜ ਗਿਆ। ਇਸ ਤਰ੍ਹਾਂ ਇਹ ਜੋੜ ਮੇਲੇ ਤੋਂ ਬਾਅਦ ਧੰਨ ਗੁਰੂ ਅਰਜਨ ਸਾਹਿਬ ਅਜੇ ਵੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਹੀ ਵਾਸ ਕਰਦੇ ਨੇ, ਉੱਥੇ ਬਖਸ਼ਿਸ਼ਾਂ ਵਰਤਾਉਂਦੇ ਹਨ। ਪੂਰਨਮਾ ਪਿਛੇ ਰਹੇ ਮੋਹਨ ਮੋਹਰੀ ਪਾਸ। ਪੂਰਨਮਾਸ਼ੀ ਦੇ ਦਿਹਾੜੇ ਤੇ ਸੰਗਤਾਂ ਆਈਆਂ ਸਨ, ਪਰ ਇਸ ਤੋਂ ਬਾਅਦ ਕਈ ਦਿਨ ਸਤਿਗੁਰੂ ਗੁਰੂ ਅਰਜਨ ਸਾਹਿਬ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਦੇ ਕੋਲ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਹੀ ਰਹਿੰਦੇ ਹਨ। ਦੋਹਰਾ ਪੂਰਨਮਾ ਕੇ ਜਗ ਮੈਂ ਸਿੱਖ ਮੇਲਾ ਦਰਸਾਏ। ਇਹ ਪੂਰਨਮਾਸ਼ੀ ਦੇ ਦਿਹਾੜੇ ਤੇ ਵੱਡੀ ਪੱਧਰ ਤੇ ਸੰਗਤਾਂ ਜਦੋਂ ਗੋਇੰਦਵਾਲ ਸਾਹਿਬ ਆਉਂਦੀਆਂ ਨੇ, ਸਿੱਖ ਸੰਗਤਾਂ ਆ ਕੇ ਜਦੋਂ ਪਾਵਨ ਦਰਸ਼ਨ ਦੀਦਾਰ ਸਤਿਗੁਰਾਂ ਦੇ ਕਰਦੀਆਂ ਹਨ। ਦਰਸ਼ਨ ਜਿਮ ਸ਼੍ਰੀ ਅਮਰ ਕੋ ਫਲ ਤੈਸੇ ਨਰ ਪਾਏ। ਤੇ ਕਵੀ ਜੀ ਕਹਿੰਦੇ ਜਿਵੇਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਫਲ ਮਿਲਦਾ ਹੈ, ਪ੍ਰਤੱਖ ਤੌਰ ਤੇ ਅੱਜ ਵੀ ਇਹਨਾਂ ਜੋੜ ਮੇਲਿਆਂ ਵਿੱਚ ਜਦੋਂ ਸੰਗਤਾਂ ਪਹੁੰਚਦੀਆਂ ਨੇ ਤੇ ਉਹਨਾਂ ਨੂੰ ਇਹ ਆਸ ਹੈ, ਭਰੋਸਾ ਹੈ ਤੇ ਇਹ ਪ੍ਰਤੱਖ ਬਖਸ਼ਿਸ਼ ਹੈ। ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਵਾਲਾ ਹੀ ਫਲ ਅੱਜ ਵੀ ਉਸ ਸਥਾਨ ਤੇ ਸੰਗਤਾਂ ਨੂੰ ਪ੍ਰਾਪਤ ਹੁੰਦਾ ਹੈ। ਜਿਹੜੇ ਦਰਸ਼ਨਾਂ ਦੇ ਬਾਰੇ ਅੱਜ ਵੀ ਅਸੀਂ ਸਾਰੇ ਪੜ੍ਹਦੇ। ਸੋ ਕਹੋ ਟਲ ਗੁਰ ਸੇਵੀ ਹੈ। ਟਲ ਸ਼ਬਦ ਭੱਟ ਕਲ ਸਹਾਰ ਦਾ ਰੂਪ ਹੈ ਕਿ ਉਹ ਕਹਿੰਦੇ ਨੇ ਸੋ ਕਹੋ ਇਸ ਕਰਕੇ ਕਹਿਣਾ ਕਰ ਹੈ ਕਲ ਸਹਾਰ ਗੁਰ ਸੇਵੀ ਹੈ। ਗੁਰੂ ਦੀ ਨੂੰ ਸਿਮਰਿਆ ਕਰ, ਯਾਦ ਕਰਿਆ ਕਰ। ਇਹਨੇ ਸਹਿਜ ਸੁਭਾਏ ਆਤਮਿਕ ਅਡੋਲਤਾ ਵਿੱਚ ਟਿਕ ਕੇ ਦਿਨ ਰਾਤ ਗੁਰੂ ਨੂੰ ਯਾਦ ਕਰਿਆ ਕਰ। ਕਿਉਂ? ਕਿਉਂਕਿ ਦਰਸ਼ਨ ਪਰਸਿਆ ਗੁਰੂ ਕੈ। ਗੁਰੂ ਦੇ ਦਰਸ਼ਨ ਪਰਸਨ ਨਾਲ ਜਨਮ ਮਰਨ ਦੁੱਖ ਜਾਏ। ਜਨਮ ਮਰਨ ਤੱਕ ਦੇ ਵੀ ਦੁੱਖ ਜਿਹੜੇ ਨੇ ਗੁਰੂ ਦੇ ਦਰਸ਼ਨ ਕੀਤਿਆਂ ਦੂਰ ਹੋ ਜਾਂਦੇ ਨੇ। ਇਹ ਸੰਗਤਾਂ ਨੂੰ ਅੱਜ ਵੀ ਵਿਸ਼ਵਾਸ ਕਿ ਗੋਇੰਦਵਾਲ ਸਾਹਿਬ ਜਦੋਂ ਜਾਵਾਂਗੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਦੇ ਪ੍ਰਤੱਖ ਦਰਸ਼ਨਾਂ ਦਾ ਫਲ ਇਹਨਾਂ ਜੋੜ ਮੇਲਿਆਂ ਦੀਆਂ ਹਾਜ਼ਰੀਆਂ ਭਰ ਕੇ ਸਾਨੂੰ ਪ੍ਰਾਪਤ ਹੋਣਗੇ। ਹਰ ਪ੍ਰਕਾਰ ਦੇ ਦੁੱਖ ਵੀ ਨਿਵਰਤ ਹੁੰਦੇ ਨੇ ਤੇ ਗੁਰੂ ਦੇ ਦਰਸ਼ਨਾਂ ਦੇ ਨਾਲ
ਜੀਵਨ ਦੇ ਹਰ ਫਲ ਪ੍ਰਾਪਤ ਸੁਖ ਪ੍ਰਾਪਤ ਹੁੰਦੇ ਹਨ। ਸਵਈਆ ਛੰਦ ਸ੍ਰੀ ਅਰਜਨਪੁਰ ਪੁਰ ਮਹਿ ਬਾਸੇ। ਇਸ ਤਰ੍ਹਾਂ ਗੁਰੂ ਅਰਜਨ ਸਾਹਿਬ ਮਹਾਰਾਜ ਇਸੇ ਨਗਰੀ ਵਿੱਚ ਕੁਝ ਸਮਾਂ ਹੋਰ ਵਸ ਕੇ ਭਾਵ ਸੰਗਤਾਂ ਤੇ ਰਹਿਮਤਾਂ ਕਰਦੇ ਹਨ। ਹੋਤ ਭਇਓ ਅਤਿਸ਼ੈ ਸਤ ਸੰਗ। ਦਿਨ ਰਾਤ ਸਤਸੰਗ ਦੇ ਪ੍ਰਵਾਹ ਚੱਲਦੇ ਨੇ, ਕਿਉਂਕਿ ਗੁਰੂ ਤੇ ਜੰਗਲ ਵਿੱਚ ਵੀ ਬੈਠੇ ਉੱਥੇ ਮੰਗਲ ਲੱਗ ਜਾਂਦਾ ਹੈ। ਉਹ ਧਰਤੀ ਭਾਗਾਂ ਵਾਲੀ, ਆਲੇ ਦੁਆਲੇ ਜਿਹਨੂੰ ਪਤਾ ਹੈ ਕਿ ਗੁਰੂ ਸਾਹਿਬ ਅਜੇ ਬਿਰਾਜਮਾਨ ਨੇ, ਜਿਹੜੀਆਂ ਸੰਗਤਾਂ ਨਹੀਂ ਸੀ ਵੀ ਪਹੁੰਚ ਸਕੀਆਂ, ਉਹ ਵੀ ਸਵੇਰੇ ਸ਼ਾਮ ਸਤਿਗੁਰਾਂ ਦੇ ਕੋਲ ਸੰਗਤ ਵਿੱਚ ਜੁੜਨ ਲੱਗ ਪਈਆਂ। ਨਿਤ ਪ੍ਰਤ ਚਰਚਾ ਆਤਮ ਕੇਰੀ। ਦਿਨ ਰਾਤ ਉੱਥੇ ਫਿਰ ਚਰਚਾ ਹੁੰਦੀ ਹੈ ਆਤਮਾ ਦੇ ਬਾਰੇ, ਆਤਮ ਗਿਆਨ ਬਾਰੇ, ਨਿਜ ਸਰੂਪ ਦੇ ਬਾਰੇ ਵਿੱਚ। ਇਹ ਚਰਚਾ ਸਾਰੇ ਰਲ ਕੇ ਸਤਿਗੁਰੂ ਪਾਤਸ਼ਾਹ ਦੇ ਕੋਲ ਕਰਦੇ ਹਨ। ਕਰਹਿ ਜਾਨ ਇਹ ਤਨ ਛਿਨ ਭੰਗ। ਇਸ ਤਰ੍ਹਾਂ ਦੀ ਚਰਚਾ ਕੀਤੀ ਜਾਂਦੀ ਹੈ ਕਿ ਇਹ ਜਿਹੜਾ ਸਰੀਰ ਹੈ, ਜਿਸ ਸਰੀਰ ਨੂੰ ਪਾਲਣ ਵਾਸਤੇ ਦਿਨ ਰਾਤ ਹਰ ਬੰਦਾ ਲੱਗਾ ਹੈ, ਇਹ ਸਰੀਰ ਨੇ ਸਦਾ ਨਹੀਂ ਰਹਿਣਾ। ਗੁਰੂ ਕੀ ਗੋਦ 'ਚ ਬੈਠੇ ਆ, ਸਾਧ ਸੰਗਤ ਚੇਤੇ ਰੱਖਿਓ, ਆ ਜਿਹੜਾ ਸਰੀਰ ਹੈ ਸਤਿਗੁਰੂ ਕੀ ਬਾਣੀ ਦੇ ਅੰਦਰ ਜਿੱਥੇ ਬੜੀ ਵੱਡੀ ਦੁਰਲਭ ਦਾਤ ਕਿਹਾ ਗਿਆ, ਦੁਰਲਭ ਦੇ ਪਾਈ ਵਡਭਾਗੀ, ਜਿੱਥੇ ਵੱਡੇ ਭਾਗਾਂ ਨਾਲੇ ਦੁਰਲਭ ਦਾਤ ਪ੍ਰਾਪਤ ਹੋਣ ਦੀ ਗੱਲ ਕੀਤੀ ਹੈ, ਉੱਥੇ ਸਰੀਰ ਦੇ ਸੰਬੰਧ ਵਿੱਚ ਬਾਣੀ ਵਿੱਚ ਆਪਾਂ ਇਹ ਵੀ ਪੜ੍ਹਦੇ ਹਾਂ, ਦੇਹ ਤੇਜਣ ਜੀ, ਦੇਹ ਘੋੜੀ ਜੀ। ਧਿਆਨ ਨਾਲ ਸੁਣਿਓ, ਤੇਜਣ ਤੇ ਘੋੜੀ ਸ਼ਬਦ ਇੱਕੋ ਹੀ ਨੇ, ਨਾਂ ਰੂਪ ਵੱਖਰੇ ਵੱਖਰੇ ਨੇ। ਇਹਨੂੰ ਘੋੜੀ, ਇਹਨੂੰ ਤੇਜਣ ਆਖਿਆ ਗਿਆ। ਭਾਵ ਜਿਵੇਂ ਪੁਰਾਣੇ ਸਮੇਂ ਵਿੱਚ ਤੇਜਣ ਘੋੜੀ ਭਾਵ ਕਿ ਸਾਧਨ ਹਨ, ਇੱਕ ਥਾਂ ਤੋਂ ਦੂਜੀ ਥਾਂ ਜਾਣਾ, ਜੇ ਤੁਰ ਕੇ ਜਾਵਾਂਗੇ ਸਮਾਂ ਲੱਗਦਾ, ਪਰ ਇਹ ਸਾਧਨ ਸਾਨੂੰ ਇੱਕ ਥਾਂ ਤੋਂ ਦੂਜੀ ਥਾਂ ਸੁਖੈਨ ਤਰੀਕੇ ਨਾਲ ਪਹੁੰਚਾ ਦਿੰਦੇ। ਹੁਣ ਜੇ ਸਾਧਨ ਕੋਲ ਹੋਣ, ਉਹਨਾਂ ਸਾਧਨਾਂ ਦੀ ਦੇਖ ਰੇਖ ਵੀ ਕਰਨੀ ਪੈਂਦੀ ਹੈ। ਜਿਵੇਂ ਅੱਜ ਗੱਡੀਆਂ ਨੇ, ਕਾਰਾਂ ਨੇ, ਇੱਕ ਥਾਂ ਤੋਂ ਦੂਜੀ ਥਾਂ ਸਾਨੂੰ ਆਸਾਨੀ ਨਾਲ ਪਹੁੰਚਾਉਂਦੀਆਂ ਨੇ, ਗੁਰਦੁਆਰੇ ਲੈ ਕੇ ਆਉਂਦੀਆਂ ਨੇ, ਸੰਗਤ ਸਥਾਨਾਂ ਤੇ ਲੈ ਕੇ ਜਾਂਦੀਆਂ ਆਉਂਦੀਆਂ ਨੇ, ਹੋਰ ਬੜੇ ਸਥਾਨਾਂ ਤੇ ਲੈ ਕੇ ਜਾਂਦੀਆਂ। ਹੁਣ ਇਹ ਜਿਹੜੀਆਂ ਸਵਾਰੀਆਂ ਨੇ, ਇਹਨਾਂ ਦੀ ਦੇਖ ਰੇਖ ਵੀ ਕਰਨੀ ਹੈ, ਇਹਨਾਂ ਦੀ ਸੰਭਾਲ ਵੀ ਉਨੀ ਕੁ ਕਰਨੀ ਹੈ, ਤਾਂ ਕਿ ਸਹੀ ਤਰੀਕੇ ਨਾਲ ਇਹਨਾਂ ਦੀ ਵਰਤੋਂ ਕਰਕੇ ਅਸੀਂ ਆਪਣੇ ਮਾਰਗ ਦਾ ਸਫ਼ਰ ਸੁੱਖ ਨਾਲ ਪੂਰਾ ਕਰ ਸਕੀਏ। ਬਹੁਤ ਲੰਮਾ ਮਾਰਗ ਹੈ ਜਿਹੜਾ ਨਿਰੰਕਾਰ ਦੇ ਘਰ ਤੱਕ ਤੁਰ ਕੇ ਜਾਣਾ ਹੈ। ਇਹ ਸਰੀਰ, ਇਹਦੀ ਉਸੇ ਰੂਪ ਵਿੱਚ ਸੰਭਾਲ ਕਰਨੀ ਹੈ। ਸਤਿਗੁਰੂ ਗੁਰੂ ਅੰਗਦ ਸਾਹਿਬ ਦਾ ਇੱਕ ਥਾਂ ਤੇ ਬੜਾ ਪਿਆਰਾ ਬਚਨ ਆਉਂਦਾ, ਕਹਿੰਦੇ ਘਟ ਵਸੈ ਚਰਨਾਰ ਬਿੰਦ ਰਸਨਾ ਜਪੈ ਗੋਪਾਲ। ਧਿਆਨ ਨਾਲ ਸੁਣਿਓ, ਕਹਿੰਦੇ ਜਿਸ ਹਿਰਦੇ ਘਰ ਵਿੱਚ ਪਰਮੇਸ਼ਰ ਦੇ ਨਾਮ ਰੂਪੀ ਚਰਨ ਕਮਲ ਵਸਦੇ, ਜਿਸ ਰਸਨਾ ਰਾਹੀਂ ਗੋਪਾਲ ਪਰਮਾਤਮਾ ਧਰਤੀ ਨੂੰ ਪਾਲਣ ਵਾਲੇ ਦਾ ਨਾਮ ਜਪਿਆ ਜਾ ਸਕਦਾ ਹੈ, ਕਹਿੰਦੇ ਉਹ ਸਰੀਰ ਜਿਸ ਹਿਰਦੇ ਵਿੱਚ ਬੈਠ ਕੇ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ, ਕਹਿੰਦੇ ਉਸ ਪਰਮੇਸ਼ਰ ਨੂੰ ਸਿਮਰਨ ਕਰਕੇ ਜਿਹੜਾ ਸਰੀਰ ਇਹ ਸਾਰਾ ਕਾਰਜ ਕਰਾਉਂਦਾ ਹੈ, ਜਿਹਦੇ ਰਾਹੀਂ ਸਿਮਰਨ ਹੋ ਸਕਦਾ ਹੈ, ਕਹਿੰਦੇ ਫਿਰ ਉਹ ਸਰੀਰ ਦਾ ਤਿਰਸਕਾਰ ਨਾ ਕਰ, ਉਹਦੀ ਪਾਲਣਾ ਕਰ। ਘਟ ਵਸੈ ਚਰਨਾਰ ਬਿੰਦ ਰਸਨਾ ਜਪੈ ਗੋਪਾਲ, ਨਾਨਕ ਸੋ ਪ੍ਰਭ ਸਿਮਰਿਐ ਤਿਸ ਦੇਹੀ ਕੋ ਪਾਲ। ਇਹਨੂੰ ਪਾਲਣਾ ਹੈ, ਜਿੰਨੀ ਕਿ ਦੀ ਲੋੜ ਹੈ। 3.5 ਮਣ ਦੇਹੁਰੀ ਚੱਲੇ ਪਾਣੀ ਅੰਨ, ਜਿਹੜੀ ਇਹਦੀ ਲੋੜ ਹੈ, ਲੋੜਾਂ ਪੂਰੀਆਂ ਕਰਨੀਆਂ ਨੇ, ਪਰ ਸਰੀਰ ਦੇ ਮੋਹ ਵਿੱਚ, ਦੇਹ ਅਧਿਆਸ ਦੇ ਵਿੱਚ ਨਹੀਂ ਪੈ ਜਾਣਾ, ਕਿਉਂਕਿ ਇਹ ਸਰੀਰ ਨੇ ਸਦਾ ਨਹੀਂ ਰਹਿਣਾ। ਇਹ ਸਰੀਰ ਇੱਕ ਨਾ ਇੱਕ ਦਿਨ ਬਿਨਸ ਜਾਣਾ ਹੈ। ਇਹ ਸਰੀਰ ਦੇ ਮੋਹ ਤੋਂ ਨਿਕਲਣ ਦਾ ਸਤਿਗੁਰੂ ਤਰੀਕਾ ਤੇ ਢੰਗ ਸਮਝਾਉਂਦੇ ਆ। ਇਸ ਤਰ੍ਹਾਂ ਬੜੀ ਚਰਚਾ ਚੱਲਦੀ ਹੈ। ਭਜਨ ਪਰਾਇਨ ਇਕ ਰਸ ਹੋਵੈ ਕਰ। ਪਰਮੇਸ਼ਰ ਦੀ ਭਗਤੀ ਵਾਲੇ ਪਾਸੇ ਕਿਵੇਂ ਜੁੜਨਾ ਹੈ, ਪ੍ਰਮਾਤਮਾ ਦੀ ਕਿਵੇਂ ਬੰਦਗੀ ਇੱਕ ਰਸ ਹੋ ਕਰਕੇ ਕਰਨੀ ਹੈ। ਪ੍ਰੀਤ ਵਧੇ ਪਰਮੇਸ਼ਰ ਸੰਗ। ਮਾਇਆ ਦੇ ਮੋਹ, ਪਦਾਰਥਾਂ ਦੇ ਮੋਹ ਵਿੱਚੋਂ ਨਿਕਲ ਕੇ ਹਿਰਦਾ ਰੱਬੀ ਪ੍ਰੇਮ ਵਿੱਚ ਜੁੜ ਜਾਵੇ, ਇਸ ਤਰੀਕੇ ਦੇ ਨਾਲ ਸਤਿਗੁਰੂ ਸਮਝਾਉਂਦੇ ਹਨ। ਸਭ ਕੋ ਉਪਦੇਸ਼ਤ ਅੰਮ੍ਰਿਤ ਬਾਕਨ ਜਿਸ ਤੇ। ਮਿੱਠੇ ਬੋਲ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਦੇ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ। ਮਿੱਠੇ ਬੋਲ ਨੇ ਸਤਿਗੁਰਾਂ ਦੇ, ਤੇ ਮਿੱਠੇ ਪਿਆਰੇ ਬੋਲਾਂ ਨਾਲ ਸਾਰਿਆਂ ਨੂੰ ਉਪਦੇਸ਼ ਦਿੰਦੇ ਹਨ। ਜਿਸ ਤੇ ਚੜ੍ਹੇ ਭਗਤ ਕੋ ਰੰਗ। ਜਿਨ੍ਹਾਂ ਉਪਦੇਸ਼ਾਂ ਨੂੰ ਸੁਣ ਕੇ, ਜਿਨ੍ਹਾਂ ਬਚਨਾਂ ਨੂੰ ਸੁਣ ਕੇ ਹਿਰਦੇ ਵਿੱਚ ਪਰਮੇਸ਼ਰ ਦੀ ਭਗਤੀ ਦਾ, ਨਾਮ ਦਾ ਰੰਗ ਚੜ੍ਹਦਾ ਹੈ। ਜਿਵੇਂ ਸਤਿਗੁਰੂ ਪਾਤਸ਼ਾਹ ਇੱਥੇ ਸ਼ਬਦ ਬਾਣੀ ਨਾਮ ਦੇ ਰੰਗ ਵਿੱਚ ਰੰਗ ਰਹੇ ਨੇ। ਬਾਬਾ ਮਹਾਦੇਵ ਜੀ ਆ ਕਰਕੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਤੇ ਝੁੱਕ ਕੇ ਕਹਿੰਦੇ ਨੇ, ਵੱਡੇ ਬੇਸ਼ੱਕ ਅਸੀਂ ਤੁਹਾਡੇ ਤੋਂ ਉਮਰ ਕਰਕੇ ਹਾਂ, ਪਰ ਤੁਸੀਂ ਗੁਰੂ ਨਾਨਕ ਦਾ ਰੂਪ ਪ੍ਰਭੂ ਸਰੂਪ ਹੀ ਹੋ। ਹੁਣ ਮੇਰੇ ਤੇ ਕਿਰਪਾ ਕਰੋ, ਮੇਰਾ ਸਰੀਰ ਤਿਆਗਣ ਦਾ ਸਮਾਂ ਹੈ, ਉਸ ਤੋਂ ਪਹਿਲਾਂ ਇਹ ਸੰਸਾਰ ਵਿੱਚ ਆਉਣਾ ਸਫਲ ਹੋ ਸਕੇ। ਕਿਵੇਂ ਮੈਂ ਮਾਇਆ ਵਿਕਾਰਾਂ ਦੇ ਮੋਹ ਚੋਂ ਮੁਕਤ ਹੋ ਸਕਾਂ। ਹੁਣ ਬਾਬਾ ਮਹਾਦੇਵ ਜੀ ਦੇ ਰਾਹੀਂ ਸਾਨੂੰ ਸਾਰਿਆਂ ਨੂੰ
ਜੀਵਨ ਸਫਲ ਕਰਨ ਦਾ ਜੋ ਸਤਿਗੁਰੂ ਪਾਤਸ਼ਾਹ ਨੇ ਉਪਦੇਸ਼ ਬਖਸ਼ਿਆ ਹੈ, ਇਹ ਆਪਾਂ ਕੱਲ ਦੇ ਦੀਵਾਨ ਦੇ ਵਿੱਚ ਅੱਗੇ ਸਰਵਣ ਕਰਾਂਗੇ। ਕਿਵੇਂ ਬਾਬਾ ਮਹਾਦੇਵ ਜੀ ਫਿਰ ਪਰਲੋਕ ਗਮਨ ਕਰਦੇ ਐ। ਇਹ ਸਾਰਾ ਉਪਦੇਸ਼ ਕੇਵਲ ਬਾਬਾ ਮਹਾਦੇਵ ਜੀ ਨੂੰ ਹੀ ਨਹੀਂ, ਉਹ ਸਾਡੇ ਸਾਰਿਆਂ ਦੇ ਵੀ ਜੀਵਨ ਕਲਿਆਣ ਵਾਸਤੇ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਆਪਾਂ ਸਾਰਿਆਂ ਨੇ ਰਲ ਮਿਲ ਕੇ ਉਹ ਬਚਨ ਸਤਿਗੁਰਾਂ ਦੇ ਮੁਖ ਤੋਂ ਜੋ ਉਚਾਰੇ ਸਰਵਣ ਕਰਨੇ ਐ। ਇੰਨੀਆਂ ਬੇਨਤੀਆਂ ਨਾਲ ਦਾਸ ਖਿਮਾ ਦਾ ਜਾਚਕ ਹੈ। ਸਭ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਿਰ ਸਮਾਪਤੀ ਹੈ ਜੀ। ਭਜਨ ਪਰਾਇਨ ਇਕ ਰਸ ਹੋਵੈ ਕਰ, ਪ੍ਰੀਤ ਵਧੇ ਪਰਮੇਸ਼ਰ ਸੰਗ। ਸਭ ਕੋ ਉਪਦੇਸ਼ਤ ਮ੍ਰਿਦ ਬਾਕਨ, ਜਿਸ ਤੇ ਚੜੇ ਭਗਤ ਕੋ ਰੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।